ਜੇ ਅਸੀਂ ਆਪਣੀ 90 ਤੋਂ 99% ਬਿਮਾਰੀਆਂ ਨੂੰ ਭਾਰਤੀ ਯੋਗ, ਆਯੁਰਵੇਦ ਅਤੇ ਕੁਦਰਤੀ ਇਲਾਜ ਨਾਲ ਠੀਕ ਕਰ ਸਕਦੇ ਹਾਂ, ਤਾਂ ਅੰਗਰੇਜ਼ੀ ਦਵਾਈਆਂ ਜਾਂ ਬਿਮਾਰੀਆਂ ਨੂੰ ਕਾਬੂ ਕਰਨ ਦੇ ਨਾਂ ਤੇ ਹਰ ਸਾਲ 8 ਤੋਂ 10 ਲੱਖ ਕਰੋੜ ਰੁਪਏ ਦੀ ਲੁੱਟ ਆਖਿਰ ਕਿਉਂ? ਭਾਰਤ ਦਾ ਜਮਾ ਕੀਤਾ ਲਗਭਗ 250 ਤੋਂ 300 ਲੱਖ ਕਰੋੜ ਰੁਪਈਆ ਜਦ ਅਸੀਂ ਆਪਣੇ ਦੇਸ਼ 'ਚ ਵਾਪਸ ਲਿਆਵਾਂਗੇ ਤੇ ਇੱਕ ਹੀ ਦਿਨ 'ਚ ਭਾਰਤ ਗਰੀਬੀ, ਭੁੱਖ, ਅਭਾਵ ਅਤੇ ਅਸ਼ਿਕਸ਼ਾ ਤੋਂ ਮੁਕਤ ਹੋ ਜਾਵੇਗਾ। ਇਹ ਕਿਹੜਾ ਬੰਦਾ ਉਤਰਿਆ ਏ ਭਾਰਤ ਦੀ ਧਰਤੀ ਉੱਤੇ ਜਿਹੜਾ ਇੰਨੀ ਨਿਡਰਤਾ ਦੇ ਨਾਲ ਇੰਨੀਆਂ ਵੱਡੀਆਂ ਤਾਕਤਾਂ ਨੂੰ ਲਲਕਾਰ ਰਿਹਾ ਹੈ? ਮੈਂ ਇੱਕ ਬੰਦਾ ਨਹੀਂ, ਮੈਂ ਸਾਰੇ ਦੇਸ਼ ਦੀ ਆਵਾਜ਼ ਹਾਂ। ਮੈਂ ਸੰਕੀਰਣ ਨਹੀਂ, ਵਿਰਾਟ ਹਾਂ। ਇੰਨਾ ਜ਼ੋਰਦਾਰ ਸਮਾਜ ਸੁਧਾਰ ਦਾ ਬੀੜਾ, ਇੰਨੀ ਕੜੀ ਮਿਹਨਤ ਕਿਹੜੀ ਮਿੱਟੀ ਦਾ ਬਣਿਆ ਹੈ ਬਾਬਾ ਰਾਮਦੇਵ? ਮੇਰੇ ਤਨ ਵਿੱਚ ਮੇਰਾ ਵਤਨ ਵਸਦਾ ਹੈ। ਮੈਂ ਜੋ ਵੀ ਕਰ ਰਿਹਾ ਸਭ ਰੱਬ ਦੀ ਪੂਜਾ ਹੈ। ਮੇਰਾ ਰੱਬ ਹਰ ਵੇਲੇ ਮੇਰੇ ਅੰਦਰ ਹੈ ਅਤੇ ਮੈਂ ਸਦਾ ਉਸ ਵਿੱਚ। ਮੈਂ ਕਿਸਮਤ ਵਾਲਾ ਕਿ ਮੈਂ ਇਸ ਰਿਸ਼ੀ ਮੁਨੀਆਂ ਦੀ ਪਵਿੱਤਰ ਧਰਤੀ ਤੇ ਜਨਮ ਲਿਆ। ਭਾਰਤ ਦੇ ਇੱਕ ਛੋਟੇ ਜਿਹੇ ਹਰਿਆਣਾ ਦੇ ਪਿੰਡ ਅਲੀਪੁਰ, ਜ਼ਿਲ੍ਹਾ ਮਹੇਂਦਰਗੜ੍ਹ, ਕੁਝ ਵਰ੍ਹਿਆਂ ਪਹਿਲੇ ਇੱਕ ਸਧਾਰਨ ਇਕੱਠੇ ਕੁਨਬੇ ਵਿੱਚ ਕਿਸਾਨ ਰਾਮ ਨਿਵਾਸ ਅਤੇ ਮਾਂ ਗੁਲਾਬ ਦੇਵੀ ਦੇ ਘਰ ਵਿੱਚ ਇੱਕ ਇਸ ਤਰ੍ਹਾਂ ਦੇ ਬੱਚੇ ਨੇ ਜਨਮ ਲਿੱਤਾ ਜਿਹੜਾ ਬਚਪਨ ਤੋਂ ਹੀ ਮਿਹਨਤੀ ਸੀ। ਦਿਨ ਭਰ ਉਹ ਪੜ੍ਹਦਾ ਅਤੇ ਘਰ 'ਚ ਵੱਡਿਆਂ ਦੀ ਸੇਵਾ ਕਰਦਾ ਜਾਂ ਫਿਰ ਖੇਤਾਂ ਵਿੱਚ ਕਿਸਾਨੀ 'ਚ ਹੱਥ ਵਟਾਉਂਦਾ। ਉਹ ਤਾਂ ਬਗੈਰ ਮਾਂ-ਪਿਓ ਦੇ ਕਈ ਹੀ ਪੁਰਾਣੀਆਂ ਕਿਤਾਬਾਂ ਖਰੀਦ ਕੇ ਟਾਇਰ ਦੀ ਚੱਪਲ ਪਾ ਕੇ ਆਪਣੇ ਤੇ ਬਚਤ ਕਰਦਾ ਅਤੇ ਜੇ ਕਿਤੇ ਉਹ ਚੱਪਲ ਟੁੱਟ ਜਾਂਦੀ ਤੇ ਉਸ ਤੇ ਲੀਰ ਬਣ ਕੇ ਆਪਣੇ ਕੰਮ ਦੇ ਵੱਲ ਅੱਗੇ ਵੱਧ ਜਾਂਦਾ। ਬਚਪਨ ਤੋਂ ਹੀ ਸਵਾਮੀ ਰਾਮਦੇਵ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਚਪਨ ਵਿੱਚ ਉਹਨਾਂ ਦੇ ਮੂੰਹ ਨੂੰ ਲਕਵਾ ਮਾਰ ਗਿਆ ਸੀ। 6 ਸਾਲ ਦੀ ਉਮਰ ਵਿੱਚ ਪਿੰਡ ਦੇ ਤਲਾਬ ਵਿੱਚ ਓਏ ਰਾਮ ਦੇ ਅੱਗੇ ਡੁੱਬ ਗਿਆ, ਬਚਾਓ ਡੁੱਬ ਜਾਊਗਾ। ਅਤੇ ਉਸੇ ਹਾਲਤ ਵਿੱਚ ਇੱਕ ਵਾਰੀ ਆਪਣੀ ਭੈਣ ਦੇ ਨਾਲ ਖੇਡ ਕੇ ਮੱਥੇ ਉੱਤੇ ਬਹੁਤ ਸੱਟ ਲੱਗੀ, ਹੱਥਾਂ ਅਤੇ ਪੈਰਾਂ ਤੇ ਵੀ ਸੱਟਾਂ ਲੱਗੀਆਂ, ਪਰ ਹਿੰਮਤ ਨਹੀਂ ਹਾਰੀ। ਥੱਲੇ ਡਿੱਗ ਗਿਆ ਕੋਠੇ ਤੋਂ। ਤਾਂ ਮੈਨੂੰ ਤਾਂ ਐਉਂ ਲੱਗਿਆ ਕਿ ਹੁਣ ਬੱਚਾ ਬਚੇਗਾ ਨਹੀਂ, ਪਰ ਰੱਬ ਨੇ ਬਚਾ ਲਿਆ। ਉਹਦੀ ਮਾਂ ਉਹਦੀ ਪ੍ਰੇਰਣਾ ਸੀ, ਜਿਹੜੀ ਦਿਨ ਭਰ ਮਿਹਨਤ ਕਰਦੀ ਸੀ, ਜੋਸ਼ ਅਤੇ ਉਮੀਦ ਨਾਲ, ਸਹਿਜਤਾ ਅਤੇ ਸਰਲਤਾ ਨਾਲ। ਅਤੇ ਨਾਲ ਹੀ ਉਸ ਦੀ ਪ੍ਰੇਰਣਾ ਸੀ ਭਾਰਤ ਦੀ ਇਹ ਮਹਾਨ ਵਿਭੂਤੀਆਂ। ਮੈਂ ਆਪਣੀ ਝਾਂਸੀ ਨਹੀਂ ਛੱਡਾਂਗੀ। ਭਾਰਤ ਛੱਡੋ, ਸਾਈਮਨ ਗੋ ਬੈਕ। ਆਪਣੀ ਝਾਂਸੀ ਨਹੀਂ ਛੱਡਾਂਗੀ। ਹਰ ਦੁਖੀ ਦੇ ਅੱਖਰੂ ਪੂੰਝਣਾ ਹਰ ਭਾਰਤੀ ਦਾ ਕਰਤੱਵ ਹੁੰਦਾ ਹੈ। ਖੋਲਦਾ ਲਊ ਪਰਦਾ ਨ ਸੱਚ ਜਨੂਨ ਐ। ਉਹਨੂੰ ਉਤੇਜਿਤ ਕਰ ਦਿੰਦੀਆਂ ਸੀ ਉਹਨਾਂ ਦੀ ਗਾਥਾਵਾਂ ਅਤੇ ਇੱਕ ਸਵਾਲ ਜੋ ਬੱਚਾ ਰਾਮਦੇਵ ਆਪ ਆਪਣੇ ਆਪ ਤੋਂ ਪੁੱਛਦਾ ਸੀ।
ਰੱਬ ਨੇ ਉਹਨਾਂ ਮਹਾਨ ਸ਼ਖਸਾਂ ਨੂੰ ਵੀ ਤਾਂ ਮੇਰੇ ਹੀ ਵਰਗੇ 2 ਹੀ ਹੱਥ 2 ਹੀ ਅੱਖਾਂ ਤੇ ਇੱਕ ਦਿਮਾਗ ਦਿੱਤਾ ਸੀ, ਤਾਂ ਫਿਰ ਮੈਂ ਵੀ ਤਾਂ ਉਹਨਾਂ ਦੀ ਤਰ੍ਹਾਂ ਮਹਾਨ ਕੰਮ ਕਰ ਸਕਾਂਗਾ। ਮੈਂ ਵੀ ਤਾਂ ਉਹਨਾਂ ਦੀ ਤਰ੍ਹਾਂ ਮਹਾਨ ਕੰਮ ਕਰ ਸਕਾਂਗਾ। ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਇੱਕ ਦਰਦ, ਇੱਕ ਕਰੁਣਾ ਗਊ ਮਾਤਾ ਦੀ ਤੁਹਾਡੇ ਵਿੱਚ ਪੇਸ਼ ਕੀਤੀ ਜਾਵੇਗੀ। ਗਊ ਮਾਤਾ ਬੜੇ ਜ਼ੋਰ ਨਾਲ ਬੋਲੀ ਕਿ ਜ਼ਿੰਦਗੀ ਹੈਗੀ ਸਾਡੀ। ਗਊ ਮਾਤਾ ਦੇ ਉੱਤੇ ਆਰਾ ਚੱਲੇ, ਕਾਟ ਪੀਟ ਕੇ ਗਊ ਮਾਤਾ ਦੀ ਇਹ ਚਰਬੀ ਛਾਂਦੀ ਜਾਂਦੀ ਏ। ਵੇਖ ਹਿੰਦ ਦੇਸ਼ ਤੇਰਾ ਧਰਮ ਖਤਮ, ਵੇਖ ਹਿੰਦ ਦੇਸ਼ ਤੇਰਾ ਧਰਮ ਖਤਮ। ਕਿਹਨੂੰ ਪਤਾ ਸੀ ਉਹ ਮਹਾਨ ਕੰਮ ਦਾ ਖੇਤਰ ਤਿਆਰ ਹੋ ਰਿਹਾ ਸੀ ਉੱਥੇ ਉਸੇ ਪਿੰਡ ਵਿੱਚ ਦੁੱਖ ਦੇ ਰੰਗ ਦੇ ਨਾਲ। ਹੁਣ ਮੇਰਾ ਕੀ ਹੋਊਗਾ? ਮੈਨੂੰ ਵੀ ਆਪਣੇ ਨਾਲ ਲੈ ਜਾਂਦੇ। ਐਸ ਕਰਜ਼ੇ ਨੇ ਤਾਂ ਮੈਨੂੰ ਜਿਉਂਦੇ ਜੀ ਮਾਰ ਦਿੱਤਾ। ਜੇ ਉਹਨਾਂ ਕੋਲ ਪੈਸਾ ਨਹੀਂ ਸੀ ਤਾਂ ਤੁਸੀਂ ਮਦਦ ਕਿਉਂ ਨਹੀਂ ਕੀਤੀ? ਪੁੱਤਰ, ਕਿਸਾਨਾਂ ਕੋਲ ਪੈਸੇ ਕਿੱਥੇ ਹੁੰਦੇ ਨੇ? ਅਸੀਂ ਤਾਂ ਉਸਨੂੰ ਅਨਾਜ ਹੀ ਭਿਜਵਾ ਪਾਏ ਸੀ, ਪਰ ਉਹ ਵਿਚਾਰਾ ਉਸਦਾ ਕਰਜ਼ਾ ਕਿਵੇਂ ਚੁਕਾਂਦਾ? ਤਾਂ ਸਰਕਾਰ ਤੋਂ ਮਦਦ ਕਿਉਂ ਨਹੀਂ ਮੰਗੀ ਉਹਨਾਂ ਨੇ? ਕੀ? ਆਹੋ, ਸਾਡੇ ਸਕੂਲ 'ਚ ਦੱਸਿਆ ਹੈ, ਸਰਕਾਰ ਨੇ ਕਈ ਯੋਜਨਾਵਾਂ ਬਣਾਈਆਂ ਨੇ ਛੋਟੇ ਤਬਕੇ ਦੀ ਮਦਦ ਲਈ। ਹਾਂ, ਬਣਾਈ ਤੇ ਹੈ ਰਾਮ ਕਿਸ਼ਨ, ਪਰ ਉਹ ਗਰੀਬਾਂ ਤੱਕ ਪਹੁੰਚੇਗੀ ਕਿਵੇਂ? ਕਿਉਂ? ਗਰੀਬ ਸਰਕਾਰ ਤੋਂ ਬਹੁਤ ਦੂਰ ਰਹਿੰਦਾ ਹੈ। ਉਹ ਭਾਈ, ਵਿੱਚ ਘਰ ਖਾਣ ਪੀਣ ਵਾਲੇ ਵੀ ਤੇ ਬਹੁਤ ਨੇ। ਕਿਸੇ ਹੋਰ ਦਾ ਪੈਸਾ ਲੈਣਾ? ਪਰ ਇਹ ਤਾਂ ਅਧਰਮ ਹੈ, ਪਾਪ ਹੈ, ਰਾਸ਼ਟਰੀ ਅਪਰਾਧ। ਹੁਣ ਇਹਨੂੰ ਪਾਪ ਕਹੋ ਜਾਂ ਰਾਸ਼ਟਰ ਅਪਰਾਧ, ਪਰ ਇਹੀ ਮਾਹੌਲ ਹੈ ਇੱਥੇ ਸਾਡੇ ਰਾਮ ਕ੍ਰਿਸ਼ਨ। ਓਏ ਕਿਉਂ ਬੱਚੇ ਦੀ ਮਾਸੂਮੀਅਤ ਛਿਨ ਰਿਹਾ ਹੈ? ਭਰਾ, ਮਾਸੂਮੀਅਤ ਨਹੀਂ ਛੀਨ ਰਿਹਾ, ਹਕੀਕਤ ਨਾਲ ਇਹਦਾ ਸਾਹਮਣਾ ਕਰਾ ਰਿਹਾ ਤਾਂ ਕਿ ਇਹ ਪਟਰੀ ਤੇ ਆ ਜਾਵੇ। ਦੇਸ਼ ਮੇਰੇ ਸਲਾਮ ਸ਼ਹੀਦੋਂ ਤੁਹਾਡੇ ਤੇ ਹੁੰਦਾ ਗਰੂਰ ਹੈ। ਖੋਲਦਾ ਲਓ ਪਰਦਾ ਨਾ ਸੱਚ ਜਨੂਨ ਹੈ। ਭਾਵੇਂ ਕਿੰਨੇ ਵੀ ਹੁਣ ਕੰਡੇ ਵਿੱਚ ਹੋਣ, ਭਾਵੇਂ ਕਿੰਨੇ ਵੀ ਹੁਣ ਸ਼ੋਲੇ ਵਿੱਚ ਹੋਣ, ਹਾਰ ਨਹੀਂ ਮੰਨਾਂਗੇ। ਇਹ ਤਾਂ ਵਕਤ ਹੀ ਦੱਸੇਗਾ ਕਿ ਇਹ ਮਾਸਟਰ ਰਾਮਦੇਵ ਨੂੰ ਪਟਰੀ ਤੇ ਲਿਆ ਪਾਏ ਜਾਂ ਰਾਮਦੇਵ ਸਮਾਜ ਨੂੰ ਪਟਰੀ ਤੇ ਲੈ ਆਏ। ਸਾਡੀ ਧਰਮਸ਼ਾਲਾ ਵਿੱਚ ਕੁਝ ਦਿਨਾਂ ਦੇ ਲਈ ਇੱਕ ਬ੍ਰਹਮਚਾਰੀ ਰਹਿਣ ਵਾਸਤੇ ਆ ਗਏ। ਸਾਡੇ ਇੱਥੇ ਦੇ ਬੱਚਿਆਂ ਨਾਲ ਗੱਲਾਂ ਬਾਤਾਂ ਹੋਣ ਲੱਗੀਆਂ ਉਹਨਾਂ ਦੀ। ਉਹ ਬੱਚਿਆਂ ਨੂੰ ਦੱਸਣ ਲੱਗੇ ਆਪਣੇ ਗੁਰੂਕੁਲ ਦੀਆਂ ਗੱਲਾਂ ਤੇ ਪੜ੍ਹ ਕੇ ਸੁਣਾਉਣ ਲੱਗੇ ਮਹਾਰਿਸ਼ੀ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਕਿਤਾਬਾਂ। ਓਏ ਗੱਲ ਸੁਣ। ਅਜੇ ਨਹੀਂ, ਅਜੇ ਨਹੀਂ। ਭਾਰਤ ਦੀ ਤਰੱਕੀ ਤਦੋਂ ਹੋਵੇਗੀ ਜਦੋਂ ਇੱਥੇ ਦੇ ਲੋਕੀ ਜਾਤੀਵਾਦ ਤੋਂ ਮੁਕਤ ਹੋਣਗੇ। ਭਾਰਤੀਆਂ ਨੂੰ ਅੰਗਰੇਜ਼ਾਂ ਤੋਂ ਵੀ ਆਜ਼ਾਦ ਹੋਣਾ ਹੈ ਤੇ ਅੰਗਰੇਜ਼ੀਅਤ ਤੋਂ ਵੀ ਤੇ ਭਾਰਤੀ ਕਮਜ਼ੋਰੀਆਂ ਤੋਂ ਵੀ, ਜਿਵੇਂ ਅੰਧ ਵਿਸ਼ਵਾਸ, ਨਾਰੀ ਸ਼ੋਸ਼ਣ। ਆ ਜਾ, ਰੋਟੀ ਖਾ ਲਾ। ਹਾਂ, ਆ ਰਿਹਾ। ਜਿਵੇਂ ਜਿਵੇਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਵੇਖ ਕੇ ਸਵਾਮੀ ਦਇਆਨੰਦ ਸਰਸਵਤੀ ਜੀ ਦਾ ਮਨ ਦੁਖੀ ਹੋ ਉੱਠਦਾ, ਉਵੇਂ ਜਵਾਕ ਰਾਮਦੇਵ ਦਾ ਮਨ ਵੀ ਦੁਖੀ ਹੋ ਉੱਠਦਾ। ਜਿਵੇਂ ਜਿਵੇਂ ਸਵਾਮੀ ਦਇਆਨੰਦ ਦੇਸ਼ ਦੀ ਆਜ਼ਾਦੀ ਅਤੇ ਸਵਦੇਸ਼ੀ ਰਾਜ ਦਾ ਨਾਦ ਵਜਾਉਂਦੇ, ਉਵੇਂ ਹੀ ਜਾਵਕ ਰਾਮਦੇਵ ਵੀ ਦੇਸ਼ ਲਈ ਕੁਝ ਕਰਨ ਨੂੰ ਮਚਲਣ ਲੱਗਦੇ। ਕਹਿੰਦੇ ਨੇ ਨਾ, ਅਸੀਂ ਕਿਤਾਬਾਂ ਨੂੰ ਨਹੀਂ ਲੱਭਦੇ, ਕੁਝ ਕਿਤਾਬਾਂ ਹੀ ਸਾਨੂੰ ਲੱਭ ਲੈਂਦੀਆਂ ਨੇ। ਉਹੀ ਹੋਇਆ। ਇਹਨਾਂ ਕਿਤਾਬਾਂ ਨੇ ਜਗ੍ਹਾ ਦਿੱਤੀ ਇੱਕ ਨਵੀਂ ਵਿਗਿਆਨਿਕ ਸੋਚ ਬਾਲਕ ਰਾਮਦੇਵ ਵਿੱਚ। ਹੁਣ ਤਾਂ ਇਸ ਬਾਲਕ ਨੂੰ ਜ਼ਿਲ੍ਹਾ ਸਕੂਲ ਛੱਡ ਗੁਰੂਕੁਲ ਵਿੱਚ ਹੀ ਪੜ੍ਹਨਾ ਸੀ, ਕਿਉਂਕਿ ਜਵਾਕ ਰਾਮਦੇਵ ਨੇ ਪੜ੍ਹ ਲਿਆ ਸੀ ਮੈਕੌਲੇ ਦਾ ਕਹਿਣਾ ਕਿ ਉਸ ਵੇਲੇ ਦੇ ਇਮਾਨਦਾਰ ਭਾਰਤੀਆਂ ਨੂੰ ਉਹਨਾਂ ਉੱਤੇ ਅੰਗਰੇਜ਼ੀ ਸਿੱਖਿਆ ਥੋਪ ਕੇ ਹੀ
ਗੁਲਾਮ ਬਣਾਇਆ ਜਾ ਸਕਦਾ ਹੈ। ਅੰਗਰੇਜ਼ੀ ਸੰਸਕ੍ਰਿਤੀ ਦੇ ਸਾਹਮਣੇ ਆਪਣੇ ਹੀਨ ਭਾਵ ਦੇ ਨਾਲ ਨਹੀਂ ਬਣਨਾ ਸੀ। ਉਹਨਾਂ ਨੂੰ ਮੈਕੌਲੀ ਦੀ ਇਸ ਛੜਯੰਤਰਕਾਰੀ ਸਿੱਖਿਆ ਵਿਵਸਥਾ ਦਾ ਇੱਕ ਹਿੱਸਾ ਇੱਕ ਦਿਨ ਉਹ ਮਾਂ ਪਿਓ ਨੂੰ ਬਿਨਾਂ ਦੱਸੇ ਘਰੋਂ ਕੁਝ ਪੈਸੇ ਕੱਢ ਚੱਲ ਪਿਆ ਗੁਰੂਕੁਲ ਨੂੰ ਲੱਭਣ ਵਾਸਤੇ। ਲਕਸ਼ ਸਾਫ਼ ਸੀ ਪਰ ਰਸਤਾ ਨਹੀਂ। ਨਿਕਲਤੇ ਪਿਆ ਸੀ ਗੁਰੂਕੁਲ ਨੂੰ ਲੱਭਣ ਵਾਸਤੇ, ਪਰ ਨਾ ਰਹਿਣ ਦਾ ਠਿਕਾਣਾ ਸੀ ਨਾ ਖਾਣ ਦਾ। ਪੈਸੇ ਵੀ ਥੋੜੇ ਹੀ ਸੀ। ਹਰਿਆਣਾ ਤੋਂ ਲੱਭਦੇ ਹੋਏ ਜਾ ਪਹੁੰਚਿਆ ਰੁੜਕੀ। ਉੱਥੇ ਗੁਰੂਕੁਲ ਤਾਂ ਨਹੀਂ ਮਿਲਿਆ, ਪਰ ਕੱਚਾ ਚਿਉੜਾ ਖਾ ਕੇ ਢਿੱਡ 'ਚ ਪੀੜ ਜ਼ਰੂਰ ਮਿਲ ਗਈ। ਰੁੜਕੀ ਤੋਂ ਜਿਵੇਂ ਤਿਵੇਂ ਜਵਾਕ ਰਾਮਦੇਵ ਮੇਰਠ ਨੂੰ ਨਿਕਲ ਪਏ। ਮੇਰਠ ਪਹੁੰਚ ਕੇ ਇੱਕ ਗੁਰੂਕੁਲ ਦਾ ਪਤਾ ਵੀ ਚੱਲ ਗਿਆ, ਪਰ ਅਸੀਂ ਤੇ ਛੋਟੇ ਬੱਚਿਆਂ ਨੂੰ ਲੈਣੇ ਆ ਬਾਊ ਜੀ। ਤੁਹਾਡੀ ਤੇ ਦਾੜੀ ਮੁੱਛ ਵੀ ਆ ਗਈ ਹੈ। ਮੇਰਠ ਤੋਂ ਲੱਭਦੇ ਹੋਏ ਉਹ ਜਾ ਪਹੁੰਚਿਆ ਕਾਲਬਾ ਗੁਰੂਕੁਲ। ਪਰ ਅਸੀਂ ਤਾਂ ਵੱਡੇ ਬੱਚਿਆਂ ਨੂੰ ਲੈਣੇ ਆ। ਹੁਣੇ ਤਾਂ ਤੁਹਾਡੀ ਦਾੜੀ ਮੁੱਛ ਵੀ ਨਹੀਂ ਆਈ। ਅਖੀਰ ਵਿੱਚ ਹਰਿਆਣਾ ਦੇ ਖਾਨਪੁਰ ਗੁਰੂਕੁਲ ਨੇ ਇਸ ਜਵਾਕ ਨੂੰ ਦਾਖਲਾ ਦੇ ਹੀ ਦਿੱਤਾ। ਉਠੋ ਆਰਿਆ ਵੀਰ, ਪ੍ਰਣਾਮ। ਇਹੀ ਤਾਂ ਸਮਾਂ ਹੈ ਉੱਠਣ ਦਾ। ਫੇਰ ਤਾਂ ਲੱਗ ਗਏ ਬਾਲਕ ਰਾਮਦੇਵ ਗੁਰੂਕੁਲ ਦੇ ਕੰਮਕਾਜ ਵਿੱਚ। ਅਤੇ ਇੱਥੇ ਹੀ ਗੁਰੂਕੁਲੀਆ ਸਿੱਖਿਆ ਸੰਸਥਾ ਵਿੱਚ ਬਾਲਕ ਰਾਮਦੇਵ ਦਾ ਮੇਲ ਹੋਇਆ ਕਸਰਤ ਦੇ ਇੱਕ ਅਲੱਗ ਤਰੀਕੇ ਯੋਗ ਨਾਲ। ਇਹ ਹੋਈ ਅੱਗੇ ਚੱਲ ਕੇ ਇਸ ਬੱਚੇ ਦੀ ਪਛਾਣ ਬਣਨ ਵਾਲਾ ਸੀ। ਜਵਾਕ ਰਾਮਦੇਵ ਨੇ ਵੇਖਿਆ ਗੁਰੂਕੁਲ ਵਿੱਚ ਨਾ ਸਿਰਫ ਪੜ੍ਹਾਈ ਤੇ ਜ਼ੋਰ ਦਿੱਤਾ ਜਾਂਦਾ, ਬਲਕਿ ਸ਼ਾਰੀਰਿਕ ਉન્નਤੀ ਤੇ ਵੀ ਉਨਾ ਹੀ ਜ਼ੋਰ ਦਿੱਤਾ ਜਾਂਦਾ ਅਤੇ ਸੇਵਾਵਾਂ ਦੀ ਵੀ ਸਿੱਖਿਆ ਦਿੱਤੀ ਜਾਂਦੀ, ਤਾਂ ਕਿ ਵੱਡੀ ਵੱਡੀ ਨੌਕਰੀਆਂ ਦੀ ਤਿਆਰੀ ਵਿੱਚ ਵਿਦਿਆਰਥੀ ਨਿੱਕੀਆਂ ਨਿੱਕੀਆਂ ਸੇਵਾਵਾਂ ਨੂੰ ਨਾ ਭੁੱਲ ਜਾਣ। ਵੱਡਾ ਸਾਹਿਬ ਬਣਨ ਦੀ ਦੌੜ 'ਚ ਉਦਾਰਤਾ ਵਿੱਚ ਬੌਨੇ ਨਾ ਰਹਿ ਜਾਣ। ओम धन्यवाद। ओम
ਅਭਾਵ, ਤਪ ਅਤੇ ਮਿਹਨਤ ਦੇ ਵਿੱਚ ਤਪ ਕੇ ਹੀ ਜ਼ਿੰਦਗੀ ਕੁੰਦਨ ਬਣਦੀ ਹੈ। ਇਸ ਕਰਕੇ ਸਾਡੀ ਗੁਰੂਕੁਲੀ ਸਿੱਖਿਆ ਪ੍ਰਣਾਲੀ ਵਿੱਚ ਸਾਡੇ ਪੂਰਵਜ ਰਿਸ਼ੀ ਮੁਨੀ ਵਿਦਿਆਰਥੀਆਂ ਨੂੰ ਅਭਾਵ, ਤਪ ਅਤੇ ਸੰਘਰਸ਼ਾਂ ਦੀ ਪੱਟੀ ਵਿੱਚ ਤਪਾਉਂਦੇ ਸਨ, ਜਿਸ ਨਾਲ ਕਿ ਉਹ ਜ਼ਿੰਦਗੀ 'ਚ ਸੰਘਰਸ਼ਾਂ ਦੇ ਵਿੱਚ ਅਤੇ ਦਿੱਕਤਾਂ ਦੇ ਵਿੱਚ ਸਫਲਤਾ ਦੇ ਉਚਾਈਆਂ ਉੱਤੇ ਪਹੁੰਚ ਸਕਣ। ਅਤੇ ਮੈਨੂੰ ਤਾਂ ਤਪਸਵੀ ਵੀ ਬਣਨਾ ਸੀ। ਕੀ ਹੋ ਗਿਆ ਹੈ ਬ੍ਰਹਮਚਾਰੀ? ਕੁਝ ਨਹੀਂ ਗੁਰੂ ਜੀ, ਸਰਦੀ ਤੇ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਿਹਾ ਸੀ ਨਾ, ਜਿਹੜਾ ਤਪਸਵੀ ਬਣਨਾ ਚਾਹੇ ਉਹਨੂੰ ਸਰਦੀ ਗਰਮੀ ਸਹਿਣ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬਸ ਉਹੀ ਕਰਿਆ ਸੀ। ਕਿੰਨਾ ਪੱਕਾ ਹੈ ਮੇਰਾ ਬ੍ਰਹਮਚਾਰੀ, ਤੇਰੇ ਸੰਕਲਪ ਹਮੇਸ਼ਾ ਪੂਰੇ ਹੋਣ। ਓਏ, ਇਸ ਲਈ ਤੈਨੂੰ ਪੈਦਾ ਕੀਤਾ ਸੀ, ਕਿਉਂ ਘਰ ਛੱਡ ਕੇ ਭੱਜ ਰਿਹਾ ਸੀ? ਓਏ, ਤੂੰ ਸੁਣਿਆ ਕੀ ਨਹੀਂ? ਘਰ ਚੱਲ ਵਾਪਸ। ਓਏ, ਮੈਂ ਪੁੱਛ ਰਿਹਾ ਕੀ ਬੁਰਾਈ ਸੀ ਉਹ ਸਕੂਲ ਦੀ ਪੜ੍ਹਾਈ ਵਿੱਚ? ਬਹੁਤ ਸੀ ਬਾਪੂ। ਚੁੱਪ ਓਏ, ਤੈਨੂੰ ਆਪਣੀ ਮਾਂ ਦਾ ਖਿਆਲ ਵੀ ਨਹੀਂ ਆਇਆ? ਆਇਆ ਸੀ ਬਾਪੂ, ਤੇ ਤੁਹਾਡਾ ਵੀ, ਨਾਲੇ ਰੱਬ ਦਾ ਵੀ। ਓਏ, ਜੇ ਤੈਨੂੰ ਖਿਆਲ ਹੈ ਤੇ ਮੇਰੀ ਗਰਦਨ ਕਿਉਂ ਨੀਚੀ ਕਰਾ ਰਿਹਾ ਹੈ? ਉਹ ਤੇ ਤੈਨੂੰ ਸਾਡੇ ਪਿੰਡ ਦੀ ਕੁੜੀ ਨੇ ਪਛਾਣ ਲਿਆ, ਤਾਂ ਹੀ ਤਾਂ ਸਾਨੂੰ ਤੇਰਾ ਪਤਾ ਲੱਗਿਆ। ਉਹ ਕਹਿਣ ਲੱਗੀ ਕਿ ਜੇ ਰਾਮ ਨਿਵਾਸ ਦੇ ਘਰ ਅਨਾਜ ਨਹੀਂ ਤਾਂ ਅਸੀਂ ਭੇਜ ਦਿੰਦੇ। ਮੁੰਡੇ ਤੋਂ ਭਿੱਖ ਕਿਉਂ ਮੰਗਵਾ ਰਿਹਾ ਹੈ? ਬਾਪੂ, ਇਹ ਪੀਕ ਨਹੀਂ, ਇਹ ਭਿੱਖਿਆ ਹੈ। ਪੀਕ ਤਾਂ ਇਹ ਤਾਂ ਹੁੰਦੀ ਜੇ ਅਸੀਂ ਕੰਮ ਚੋਰੀ ਕਰਦੇ। ਇਹ ਸਹਿਜ ਗਰਦਨ ਨੀਵੀਂ ਕਰਨ ਲਈ ਹੈ। ਜੇ ਹੰਕਾਰ ਹੋਵੇ ਦਿਲ ਵਿੱਚ ਤਾਂ ਗਿਆਨ ਕਿਸ ਕੰਮ ਦਾ? ਨਾਲੇ ਇਹ ਵੀ ਸਮਝਣਾ ਹੈ ਕਿ ਗਰੀਬ ਤੋਂ ਗਰੀਬ ਤੱਕ ਦੇ ਅੰਨ ਜਲ ਤੋਂ ਪੋਸ਼ਣ ਹੋਇਆ ਹੈ ਸਾਡਾ, ਤਾਂ ਉਹਨਾਂ ਦੇ ਲਈ ਸਾਡਾ ਵੀ ਕੁਝ ਫਰਜ਼ ਹੈ। ਓਏ, ਤੂੰ ਸਿੱਧੇ ਸਿੱਧੇ ਘਰ ਚੱਲ ਰਿਹਾ ਕਿ ਹੱਥ ਗੋਡੇ ਤੋੜਾ ਤੇਰੇ? ਬਹੁਤ ਭਾਸ਼ਣ ਦੇਣ ਲੱਗਿਆ। ਬਾਪੂ, ਕੁਝ ਵੀ ਤੋੜ ਦਿਓ, ਜਾਨ ਵੀ ਲੈ ਲਓ, ਤਾਂ ਵੀ ਮੈਂ ਭਾਰਤੀ ਸਿੱਖਿਆ ਪ੍ਰਣਾਲੀ ਨਹੀਂ ਛੱਡਾਂਗਾ ਹੁਣ। ਮੈਂ ਸੋਚਿਆ ਮੈਂ ਲੱਭਾਂ ਤਾਂ ਕਿੱਥੇ ਲੱਭਾਂ। ਫਿਰ 15 ਦਿਨ ਬਾਅਦ ਮਿਲਿਆ। ਉਸ ਤੋਂ ਬਾਅਦ ਮੇਰੇ ਨਾਲ ਥੋੜੀ ਗੱਲਬਾਤ ਹੋਈ ਤੇ ਉਹਨੇ ਕਿਹਾ, ਮਾਂ ਮੈਂ ਤਾਂ ਦੇਸ਼ ਖਾਤਰ ਚੰਗਾ ਕੰਮ ਕਰਾਂਗਾ, ਤੂੰ ਰੋਇਆ ਨਾ ਕਰ, ਤੂੰ ਮੈਨੂੰ ਆਸ਼ੀਰਵਾਦ ਦਿੰਦੀ ਜਾ, ਮੈਂ ਚੰਗਾ ਹੀ ਕੰਮ ਕਰਾਂਗਾ ਜੋ ਵੀ ਕਰਾਂਗਾ। ਏਦਾਂ ਹੀ ਦਿੱਲੀ ਦੇ ਗੌਤਮ ਨਗਰ ਗੁਰੂਕੁਲ ਵਿੱਚ ਇੱਕ ਜਿਗਿਆਸੂ ਬਾਲ ਕ੍ਰਿਸ਼ਨ ਸਿੱਖਿਆ ਲੈ ਰਿਹਾ ਸੀ। ਜਦ ਕਿ ਗੁਰੂਕੁਲ ਦੇ ਮਿਹਨਤੀ ਮਾਹੌਲ ਵਿੱਚ ਬੱਚਿਆਂ ਦੇ ਮਾਂ-ਪਿਓ ਭੇਜਦੇ ਹਨ, ਪਰ ਨਿੱਕੇ ਬਾਲ ਕ੍ਰਿਸ਼ਨ ਵੀ ਬਾਲਕ ਰਾਮਦੇਵ ਦੇ ਵਾਕਨ ਆਪਣੀ ਮਰਜ਼ੀ ਨਾਲ ਦੂਜੇ ਸਕੂਲ ਛੱਡ ਇੱਥੇ ਪਹੁੰਚੇ ਸੀ। ਇਹ ਹੋਣਹਾਰ ਵੀ ਘਰ ਵਾਲਿਆਂ ਨੂੰ ਬਿਨਾਂ ਦੱਸੇ ਨਿਕਲ ਗਏ ਸੀ ਗੁਰੂਕੁਲ ਦੇ ਲਈ। ਉਹਨਾਂ ਨੇ ਤੇ ਗੁਰੂਕੁਲ ਜਾਣ ਲਈ ਪੈਸਿਆਂ ਦਾ ਬੰਦੋਬਸਤ ਵੀ ਕਿਧਰੋਂ ਕਰ ਲਿਆ ਸੀ। ਜਿੱਦਾਂ ਬਾਲਕ ਰਾਮਦੇਵ ਦਾ ਸਭ ਤੋਂ ਪਸੰਦੀਦਾ ਲਫ਼ਜ਼ ਕਿਉਂ ਸੀ, ਉਦਾਂ ਹੀ ਇਸ ਸਪੂਤ ਦਾ ਵੀ। ਉਹ ਤਾਂ ਕਦੀ ਮਾਸਟਰ ਦੇ ਅੱਗੇ ਸਵਾਲਾਂ ਦੀ ਝੜੀ ਹੀ ਲਗਾ ਦਿੰਦੇ ਸਨ। ਸਤਿਕਾਰਯੋਗ ਗੁਰੂ ਜੀ, ਅੱਜ ਦੇ ਸੰਸਕ੍ਰਿਤਿਕ ਕਾਰਜਕ੍ਰਮ ਵਿੱਚ ਸ਼ਿੰਗਾਰ ਰਸ ਕਿਉਂ ਸੀ, ਜਦਕਿ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਨੇ ਤਾਂ ਕਿਹਾ ਹੈ ਕਿ ਸਿੱਖਿਆਰਥੀਆਂ ਨੂੰ ਉਤੇਜਿਤ ਕਰਨ ਵਾਲੇ ਦ੍ਰਿਸ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਦੂਜਾ, ਅੱਜ ਪ੍ਰੀਖਿਆ 'ਚ ਇੱਕ ਸਿੱਖਿਆਰਥੀ ਨੂੰ ਨਕਲ ਕਰਦੇ ਵੇਖ ਮੇਰਾ ਮਨ ਬਹੁਤ ਉਦਾਸ ਹੋ ਗਿਆ। ਕੋਈ ਨਕਲ ਕਰਦਾ ਹੈ ਜਾਂ ਗਲਤ ਕੰਮ ਕਰਦਾ ਹੈ ਤੇ ਰੱਬ ਉਸ ਨੂੰ ਉਸ ਦਾ ਫਲ ਜ਼ਰੂਰ ਦਿੰਦਾ ਹੈ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹਨਾਂ ਉਤੇਜਨਾਵਾਂ ਦਾ ਨਤੀਜਾ ਇਹ ਹੁੰਦਾ ਕਿ ਉਹ ਇੱਕ ਗੁਰੂਕੁਲ ਛੱਡ ਦੂਜਾ ਗੁਰੂਕੁਲ ਲੱਭਣ ਨਿਕਲ ਪੈਂਦੇ। ਤੇ ਇਹ ਖੋਜ ਉਹਨਾਂ ਦੀ ਜਾਰੀ ਰਹਿੰਦੀ,
ਜਿਹਦਾ ਇੱਕ ਫਾਇਦਾ ਇਹ ਹੋਇਆ ਕਿ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਦੀ ਸੋਚ ਜਾਣਨ ਨੂੰ ਮਿਲੀ। ਦੂਜਾ ਫਾਇਦਾ ਸੀ ਕਿ ਜਦ ਉਹ ਹਰਿਆਣਾ ਦੇ ਖਾਨਪੁਰ ਗੁਰੂਕੁਲ ਵਿੱਚ ਜਾ ਪਹੁੰਚੇ ਤਾਂ ਉੱਥੇ ਉਹਨਾਂ ਦਾ ਮੇਲ ਬਾਲਕ ਰਾਮਦੇਵ ਨਾਲ ਹੋਇਆ ਤੇ ਜਲਦੀ ਹੀ ਇਹ ਦੋਸਤੀ 'ਚ ਬਦਲ ਗਿਆ। ਭਰਾ ਜੀ ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਤੁਸੀਂ ਕਦੋਂ ਤੋਂ ਇੱਥੇ ਹੋ। ਬਸ ਜਦੋਂ ਤੋਂ ਜ਼ਿਲ੍ਹਾ ਸਕੂਲ ਛੱਡਿਆ ਇਸੇ ਗੁਰੂਕੁਲ ਛਾ ਮੇਰੀਆਂ ਤੇ 3 ਬਦਲੀਆਂ ਹੋ ਚੁੱਕੀਆਂ ਹਨ। ਕਿਉਂ ਮਨ ਟਿਕਦਾ ਨਹੀਂ ਹੈ। ਜਦ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਮਨ ਡੋਲ ਜਾਂਦਾ ਹੈ ਅਤੇ ਅਤਿਆਚਾਰ ਵਿਖੇ ਤਾਂ ਵੀ ਮਨ ਡੋਲ ਜਾਂਦਾ ਹੈ। अन्याय ਨੂੰ ਤਾਂ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਤਿ ਸ੍ਰੀ ਅਕਾਲ ਤਾਇਆ ਜੀ। ਨਮਸਤੇ ਨਮਸਤੇ। ਆਜਾ ਆਜਾ। ਬਾਲਕ੍ਰਿਸ਼ਨ ਗੁਰੂਕੁਲ ਪਹੁੰਚਦੇ ਹੀ ਇੱਕ ਕਿਤਾਬ ਦਵਾਂਗਾ ਪੜਨ ਲਈ। ਪਤਾ ਹੈ ਇਹ ਤਾਂ ਮੈਂ ਵੰਡਦਾ ਲੋਕਾਂ ਨੂੰ ਤਾਂ ਜੋ ਉਹਨਾਂ ਨੂੰ ਆਪਣੇ ਜੀਵਨ ਦੇ ਸੱਚ ਬਾਰੇ ਤਾਂ ਪਤਾ ਚੱਲੇ। ਲੋਕ ਇੰਜ ਹੀ ਅੰਧ ਵਿਸ਼ਵਾਸ 'ਚ ਜਿੰਦੇ ਰਹਿੰਦੇ ਨੇ। ਓਏ ਬਾਲਕਿਸ਼ਨ हाँ ਭੱਜ ਭੱਜ। ਓ ਤਾऊ ਜੀ ओ चाचा रुको रुको। रुक जा ਭੱਜ ਜਾਓ ਆਇਓ। ਬੈਠੋ ਚੱਲਾ। कादी जिद लस्टर सहायक प्रथमा जुटू। न धातु लगे धातु ते। ओह गुरुजी आ गए। ਹਾਂ ਬ੍ਰਹਮਚਾਰੀ ਤਿਆਰੀ ਜ਼ੋਰ ਤੇ ਹੈ। जी गुरुजी। ਸੂਤਰਾਂ ਦੀ ਯਾਦ ਇੱਕਦਮ ਆਉਦੀ ਹੋਣੀ ਚਾਹੀਦੀ ਹੈ हाँ जी ਅਤੇ ਉਚਾਰਨ ਵੀ ਸ਼ੁੱਧ ਹੋਣਾ ਚਾਹੀਦਾ ਹੈ। लेसिच चौ चरती तुमा वेग वचने निष्ठा। ਅਖਿਲ ਭਾਰਤੀ ਬਾਲਕ ਅਤੇ ਬਾਲਿਕਾਵਾਂ ਦੀ ਅਸ਼ਟਾਧਿਆਈ ਅੰਤਾਕਸ਼ਰੀ ਦੀ ਪ੍ਰਤੀਯੋਗਿਤਾ 'ਚ ਪਹਿਲਾ ਇਨਾਮ ਜਾਂਦਾ ਹੈ हरी हरी गोपाल माधव कृष्णा। ਖਾਨਪੁਰ ਗੁਰੂਕੁਲ ਦੇ ਵਿਦਿਆਰਥੀ ਰਾਮ ਕ੍ਰਿਸ਼ਨ ਅਤੇ ਬਾਲ ਕ੍ਰਿਸ਼ਨ ਨੂੰ। ਇਹਨਾਂ ਦੋਨਾਂ ਦੀ ਦੋਸਤੀ ਹੋਰ ਗੂੜੀ ਹੁੰਦੀ ਚਲੀ ਗਈ ਇੰਨੀ ਕਿ ਜਿਗਿਆਸੂ ਬਾਲਕ੍ਰਿਸ਼ਨ ਹੁਣ ਜਦ ਫੇਰ ਕਿਸੇ ਹੋਰ ਖੋਜ ਤੇ ਨਿਕਲ ਜਾਂਦੇ ਤਾਂ ਵੀ ਚਿੱਠੀ ਪੱਤਰੀ ਤੋਂ ਆਪਣੇ ਸਹਿਪਾਠੀ ਰਾਮਦੇਵ ਦੇ ਨਾਲ ਗੱਲਬਾਤ ਨਾ ਬੰਦ ਕਰਦੇ। ਇਹ ਕੋਈ ਪਿਛਲੇ ਜਨਮ ਦਾ ਸਾਥ ਸੀ ਜਾਂ ਕੋਈ ਅਧੂਰਾ ਕੰਮ ਜਿਹੜਾ ਇਹਨਾਂ ਦੋਨਾਂ ਨੂੰ ਰਲ ਕੇ ਪੂਰਾ ਕਰਨਾ ਸੀ। ਜਿਵੇਂ ਉਸ ਵੇਲੇ ਇਹ ਕਿੱਥੇ ਪਤਾ ਸੀ, ਉਸ ਵੇਲੇ ਤਾਂ ਮਨ ਇੱਧਰ ਉੱਧਰ ਵੀ ਚਲਾ ਜਾਂਦਾ। ਮੈਨੂੰ ਪਤਾ ਚੱਲ ਗਿਆ ਕਿ ਮੈਂ ਕੀ ਬਣਨਾ ਹੈ। ਮੈਂ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਬਣਨਾ ਹੈ ਜਿਹਨੂੰ ਕੋਈ ਨਾ ਹਰਾ ਸਕੇ। वाह भाई वाह। ਤੇ ਫਿਰ ਥੋੜੇ ਵੇਲੇ 'ਚ ਇਹ ਮਨ ਹਾਰ ਵੀ ਜਾਂਦਾ। ਇਹ ਤਾਂ ਪਤਾ ਸੀ ਕਿ ਕੁਝ ਵੱਡਾ ਕੰਮ ਕਰਨਾ ਹੈ। ਬਹੁਤ ਕੁਝ ਇਹੋ ਜਿਹਾ ਬਾਹਰ ਸਮਾਜ ਵਿੱਚ ਘਟ ਰਿਹਾ ਸੀ ਜਿਹਨੂੰ ਇਹਨਾਂ ਦੋਨਾਂ ਨੇ ਬਦਲਣਾ ਸੀ। ਇਸ ਤਿਆਰੀ ਵਿੱਚ
ਰੱਬ ਨੇ ਇੱਕ ਹੋਰ ਕੜੀ ਜੋੜ ਦਿੱਤੀ ਵਿਦਿਆਰਥੀ ਬਾਲ ਕ੍ਰਿਸ਼ਨ ਦੀ ਸਿੱਖਿਆ ਵਿੱਚ। ਵਿਦਿਆਰਥੀ ਬਾਲ ਕ੍ਰਿਸ਼ਨ ਇੱਕ ਇਹੋ ਜਿਹੇ ਗੁਰੂਕੁਲ 'ਚ ਆ ਗਏ ਸਨ ਜਿੱਥੇ ਇੱਕ ਵੈਦ ਵੀ ਰਹਿੰਦੇ ਸਨ। ਵਿਦਿਆਰਥੀ ਬਾਲ ਕ੍ਰਿਸ਼ਨ ਤਾਂ ਟੁੱਟ ਪਏ ਗਿਆਨ ਦੇ ਇਸ ਅਨਮੋਲ ਖਜ਼ਾਨੇ ਉੱਤੇ। ਜੜੀ ਬੂਟੀਆਂ ਕੀ ਸੱਚਮੁੱਚ ਇਹਨੇ ਰੋਗ ਦੂਰ ਕਰ ਸਕਦੀਆਂ ਹਨ? ਕਿਹਦੇ ਤੇ ਅਜਮਾਵਾ? ਇੱਥੇ ਵੇਦਾਂ ਦਾ ਪਾਠ ਯਾਦ ਕਰਨ ਲਈ ਬਿਠਾਇਆ ਤੇ ਤੂੰ ਇੱਥੇ ਕੀ ਕੁੱਟੀ ਜਾਣਾ? ਜੀ ਜੜੀ ਬੂਟੀ। ਆਯੁਰਵੇਦ ਵੀ ਤਾਂ ਵੇਦਾਂ ਦਾ ਹੀ ਅੰਗ ਹੈ ਨਾ ਗੁਰੂ ਜੀ। ਕੁਦਰਤੀ ਜਿਗਿਆਸਾ ਸੀ ਵਿਦਿਆਰਥੀ ਬਾਲ ਕ੍ਰਿਸ਼ਨ ਵਿੱਚ ਆਯੁਰਵੇਦ ਦੀ ਜੜੀ ਬੂਟੀਆਂ ਨੂੰ ਲੈ ਕੇ। ਪਰ ਸਿਰਫ ਗਿਆਨ ਨਾਲ ਹੀ ਕੋਈ ਵਧੀਆ ਡਾਕਟਰ ਨਹੀਂ ਬਣ ਜਾਂਦਾ। ਇਹ ਸਿੱਖਣ ਨੂੰ ਮਿਲਿਆ ਸੀ ਬਾਲ ਕ੍ਰਿਸ਼ਨ ਨੂੰ ਬਨਾਰਸ 'ਚ ਆਪਣੇ ਗੁਰੂ ਰਘੁਨਾਥ ਆਨੰਦ ਅਵਧੂਤ ਜੀ ਤੋਂ। ਦਿਓ ਗੁਰੂ ਜੀ। ਬਸ ਮੈਨੂੰ ਲੱਗਿਆ ਜਦ ਗੁਰੂ ਜੀ ਇਹ ਕੰਮ ਕਰ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਬਸ ਫਿਰ ਉੱਥੇ ਹੀ ਮੈਂ ਕਰਨ ਲੱਗ ਗਿਆ ਉਹਨਾਂ ਬਜ਼ੁਰਗਾਂ ਦੀ ਸੇਵਾ। ਮੇਰੇ ਅੰਦਰ ਜਿਹੜੇ ਘਿਨਾਦੀ ਦੇ ਭਾਵ ਸੀ ਉਹ ਵੀ ਸਾਰੇ ਖਤਮ ਹੋ ਗਏ ਅਤੇ ਖਾਲੀ ਰਹਿ ਗਈ ਕੋਰੀ ਸੇਵਾ। ਇੰਨਾ ਕੁਝ ਸਿੱਖਣ ਨੂੰ ਮਿਲ ਰਿਹਾ ਸੀ ਇਸ ਗੁਰੂਕੁਲ ਪ੍ਰਣਾਲੀ ਤੋਂ। ਪਰ ਅਫਸੋਸ ਹੈ ਗੁਰੂਕੁਲ ਦੀ ਸਿੱਖਿਆ ਪ੍ਰਣਾਲੀ ਸ਼ਹਿਰ ਦੇ ਲੋਕਾਂ ਵਿੱਚ ਹੀ ਨਹੀਂ ਪਿੰਡ ਦੇ ਲੋਕਾਂ ਵਿੱਚ ਵੀ ਵਹਿਮ ਬਣ ਗਈ ਸੀ। ਐਦਾ ਮੈਂ ਖੁਦ ਗਵਾ ਰਿਹਾ। ਨਮਸਤੇ ਮਾਤਾ ਜੀ। ਵੇਖੋ ਕਿੰਨਾ ਸੋਹਣਾ ਮੁੰਡਾ ਹੈ, ਇੰਨਾ ਲੋਕਾਂ ਨੂੰ ਫਸਾ ਲਿਆ। ਮਾਂ ਰੋਂਦੀ ਹੋਏਗੀ ਵਿਚਾਰੇ ਦੀ। ਗੁੰਮਰਾਹ ਕਰ ਦੇਣਗੇ ਇਹਨੂੰ। ਕਿੰਨੇ ਸਖਤ ਹੁੰਦੇ ਨੇ। ਮੈਂ ਤਾਂ ਮੇਰੇ ਮੁੰਡੇ ਨੂੰ ਕਲਰਕ ਬਣਾਵਾਂਗੀ, ਇਹਦੀ ਤਰ੍ਹਾਂ ਨਹੀਂ। ਮੈਂ ਤੇ ਅੰਗਰੇਜ਼ੀ ਸਕੂਲ ਵਿੱਚ ਭੇਜਾਂਗੀ, ਫਿਰ ਪਟਰ ਪਟਰ ਕਰੇਗਾ ਉਹ ਅੰਗਰੇਜ਼ੀ ਵਿੱਚ। ਮੈਂ ਤਾਂ ਗੁਰੂਕੁਲ 'ਚ ਕਦੇ ਵੀ ਨਹੀਂ ਪਾਵਾਂਗੀ। ਇਹਨਾਂ ਦਾ ਜੋ ਵੀ ਵਹਿਮ ਰਿਹਾ ਹੋਵੇ ਭਾਰਤੀ ਸਿੱਖਿਆ ਪੱਧਤੀ ਦੇ ਬਾਰੇ ਵਿੱਚ, ਪਰ ਬਾਲ ਕ੍ਰਿਸ਼ਨ ਅਤੇ ਰਾਮਦੇਵ ਦਾ ਵਿਸ਼ਵਾਸ ਉਸੇ ਪ੍ਰਣਾਲੀ ਉੱਤੇ ਬਣਿਆ ਰਿਹਾ ਅਤੇ ਉਸੇ ਗੁਰੂਕੁਲੀਏ ਪ੍ਰਣਾਲੀ ਦੇ ਨਾਲ ਰਾਮਦੇਵ ਨੇ ਆਪਣੇ ਗੁਰੂ ਆਚਾਰਿਆ ਪ੍ਰਦਯੁਮਨ ਜੀ ਤੋਂ ਮਹਰਸ਼ੀ ਪਾਣਿਨੀ ਦੀ ਵਿਆਕਰਣ ਦੀ ਪਹਿਲੀ ਅਸ਼ਟਧਿਆਈ ਯਾਦ ਕੀਤੀ। ਫਿਰ ਗੁਰੂਕੁਲ ਕਾਲਬਾ ਵਿੱਚ ਗੁਰੂ ਆਚਾਰਿਆ ਬਲਦੇਵ ਜੀ ਤੋਂ ਵਿਆਕਰਣ ਦੇ ਨਾਲ ਵੇਦ ਵੇਦਾਂਗ ਦੀ ਸਿੱਖਿਆ ਦੀਕਸ਼ਾ ਲਿੱਤੀ ਅਤੇ ਬਣ ਗਏ ਰਾਮ ਕ੍ਰਿਸ਼ਨ ਤੋਂ ਆਚਾਰਿਆ ਰਾਮਦੇਵ। ਉਸ ਤੋਂ ਬਾਅਦ ਭਾਰਤੀ ਦਰਸ਼ਨ ਉਪਨਿਸ਼ਦ ਅਤੇ ਵੇਦਾਂ ਦੀ ਡੂੰਘੀ ਪੜ੍ਹਾਈ ਵਾਸਤੇ ਆਚਾਰਿਆ ਰਾਮਦੇਵ ਦੇਸ਼ ਦੇ ਕਈ ਹਿੱਸਿਆਂ ਵਿੱਚ ਗਏ। ਕਦੀ ਦੱਖਣ ਦੇ ਵਿਦਵਾਨਾਂ ਦੇ ਕੋਲ, ਕਦੀ ਸੌਰਾਸ਼ਟਰ ਤੇ ਕਦੀ ਮਹਾਰਾਸ਼ਟਰ ਦੇ ਵਿਦਵਾਨਾਂ ਦੇ ਕੋਲ। ਕਈ ਵਿਰਲੇ ਯੋਗੀਆਂ ਤੋਂ ਯੋਗ ਦੀ ਬਾਰੀਕੀਆਂ ਸਮਝੀਆਂ। ਜਵਾਨੀ 'ਚ ਪੈਰ ਰੱਖੇ ਹੋਏ ਬਾਲ ਕ੍ਰਿਸ਼ਨ ਵੀ ਇਸ ਦੌਰਾਨ ਗੁਰੂਕੁਲ ਦੀ ਪੜ੍ਹਾਈ ਕਰਕੇ ਬਾਹਰ ਆ ਗਏ ਅਤੇ ਆਪਣੇ ਮਨਪਸੰਦ ਵਿਸ਼ੇ ਜੜੀ ਬੂਟੀਆਂ ਤੋਂ ਨਿਰੋਗਤਾ ਦੇ ਕੰਮ 'ਚ ਲੱਗ ਪਏ। ਕੋਈ ਵੀ ਰਸਤਾ, ਕੋਈ ਮੰਜ਼ਿਲ ਉਹਨਾਂ ਲਈ ਦੂਰ ਨਹੀਂ ਸੀ। ਜਿੱਥੇ ਜਿਹੜੇ ਰੋਗ ਦੇ ਇਲਾਜ ਦੇ ਬਾਰੇ 'ਚ ਪਤਾ ਚੱਲਦਾ ਉਹ ਉੱਥੇ ਪਹੁੰਚ ਜਾਂਦੇ। ਹਿਮਾਲਯ ਤੇ ਰਹਿੰਦੇ ਸਾਧੂਆਂ ਤੋਂ ਭੁੱਖ ਤੇ ਸਰਦੀ ਨੂੰ ਘੱਟ ਕਰਨ ਲਈ ਜੜੀ ਬੂਟੀਆਂ ਦਾ ਗਿਆਨ ਮਿਲਿਆ। ਲਿਵਰ ਰੋਗ ਅਤੇ ਮਾਈਗ੍ਰੇਨ ਠੀਕ ਕਰਨ ਵਾਲੀ ਜੜੀ ਬੂਟੀਆਂ ਦੇ ਬਾਰੇ 'ਚ ਉਥੋਂ ਦੇ ਵੈਦਾਂ ਤੋਂ ਪਤਾ ਚੱਲਿਆ। ਬੜੀ ਵਾਰੀ ਪੁਰਾਣਾ ਗਿਆਨ ਲੱਭਦੇ ਗਲਤ ਲੋਕੀ ਵੀ ਮਿਲੇ, ਪਰ ਜ਼ਿਆਦਾਤਰ ਸਿੱਖਣ ਨੂੰ ਹੀ ਮਿਲਿਆ। ਉਸੇ ਤਰ੍ਹਾਂ ਨਵੇਂ ਯੁੱਗ ਦੇ ਵਿਸ਼ੇਸ਼ੱਗ ਯਾਨੀ ਬੋਟਨਿਸਟ ਤੋਂ ਵੀ ਗਿਆਨ ਮਿਲਿਆ ਅਤੇ ਭੇੜ ਬੱਕਰੀਆਂ ਚਰਾਉਣ ਵਾਲੇ ਆਦੀਵਾਸੀਆਂ ਤੋਂ ਵੀ ਸਿੱਖਿਆ ਮਿਲੀ ਅਲਸਰ ਅਤੇ ਸੱਟ ਠੀਕ ਕਰਨ ਦੀ। ਆਚਾਰਿਆ ਰਾਮਦੇਵ ਦੀ ਯਾਤਰਾ ਵੀ ਜਾਰੀ ਸੀ, ਜੀਵਨ ਦਰਸ਼ਨ ਅਤੇ ਯੋਗ ਦੀ। ਪਰ ਇਸ ਯਾਤਰਾ 'ਚ ਇੱਕ ਹੋਰ ਹਕੀਕਤ ਵੀ ਸਾਹਮਣੇ ਆ ਰਹੀ ਸੀ।
ਵਧਦੇ ਭ੍ਰਸ਼ਟਾਚਾਰ ਅਤੇ ਦੇਸ਼ ਦੇ ਡਿੱਗਦੇ ਮੁੱਲ। ਬਚਪਨ ਦੀ ਪੀੜ ਫੇਰ ਉੱਠ ਗਈ। ਇਸ ਆਤਮ ਚਿੰਤਨ ਦਾ ਨਤੀਜਾ ਇਹ ਹੋਇਆ ਕਿ ਆਚਾर्य ਰਾਮਦੇਵ ਨੇ ਇੱਕ ਗੁਰੂਕੁਲ ਦਾ ਸੰਚਾਲਨ ਕਰਨ ਦੀ ਸੋਚੀ ਅਤੇ ਉਹ ਜਾ ਪਹੁੰਚੇ ਗੁਰੂਕੁਲ ਕਿਸ਼ਨਗੜ੍ਹ ਘਾਸੇੜਾ। ਇਰਾਦਾ ਇਹ ਸੀ ਉਹਨਾਂ ਦੇ ਮਨ ਵਿੱਚ ਕਿ ਉਹਨਾਂ ਨੂੰ ਹੁਣ ਗੁਰੂਕੁਲ ਪ੍ਰਣਾਲੀ ਤੋਂ ਸਿਰਫ ਇੱਕ ਨਹੀਂ, ਕਈ ਚਰਿੱਤਰਵਾਨ IAS IPS ਆਫੀਸਰ ਤਿਆਰ ਕਰਨੇ ਸੀ, ਜਿਨ੍ਹਾਂ ਦੇ ਜ਼ਰੀਏ ਉਹ ਭਾਰਤੀ ਵਿਵਸਥਾ ਦੇ ਸੁਧਾਰ ਦਾ ਵਿਚਾਰ ਬਣਾ ਸਕਣ। ਉਧਰ ਦੇਸ਼ ਭਰ 'ਚ ਫਿਰਦੇ ਆਯੁਰਵੇਦ ਦੇ ਗਿਆਨ ਤੋਂ ਪੱਕੇ ਹੋਏ ਆਚਾर्य ਬਾਲਕ੍ਰਿਸ਼ਨ ਨੇ ਇਸ ਪ੍ਰਣਾਲੀ ਨੂੰ ਜਨ-ਜਨ 'ਚ ਫੈਲਾਉਣ ਦੇ ਲਈ ਇਸ ਦੀ ਚਰਚਾ ਆਪਣੇ ਮਿੱਤਰ ਆਚਾर्य ਰਾਮਦੇਵ ਨਾਲ ਕੀਤੀ ਕਿ ਉਹ ਹੁਣ ਗੁਰੂਕੁਲ ਤੋਂ ਨਿਕਲ ਕੇ ਬਾਹਰ ਦੀ ਦੁਨੀਆ 'ਚ ਸਿੱਖਿਆ ਦੇਣ। ਆਚਾर्य ਰਾਮਦੇਵ ਵੀ ਕੁਝ ਇਸ ਤਰ੍ਹਾਂ ਦਾ ਹੀ ਸੋਚ ਰਹੇ ਸਨ। ਅਤੇ ਦੋਨੋਂ ਜਾ ਪਹੁੰਚੇ ਹਰਿਦੁਆਰ। ਤੇ ਇੱਥੇ ਦੋਨੋਂ ਹੀ ਲੱਗ ਪਏ ਸਮਾਜ ਸੇਵਾ ਵਿੱਚ। अरे अरे महाराज ये की कर रहे हो? ਇਹ ਸਾਡਾ ਕੰਮ ਹੈ ਪ੍ਰਭੂ, ਇਹ ਸਾਡਾ ਕੰਮ ਹੈ ਪ੍ਰਭੂ। ਆਪਣੀ ਬਸਤੀ ਵਿੱਚ ਸਫਾਈ ਦਾ ਅੱਗੇ ਵੀ ਧਿਆਨ ਰੱਖਣਾ ਬਈ। ਹਾਂ ਆਪਣੀ ਬਸਤੀ ਦੀ ਸਫਾਈ ਦਾ ਖਿਆਲ ਰੱਖਾਂਗੇ, ਅੱਗੇ ਵੀ ਰੱਖਾਂਗੇ। ਅਰੇ ਮਹਾਰਾਜ ਉੱਥੇ ਉਹ ਮਾਤਾ ਜੀ ਦਾ ਵੀ ਹਾਲ ਪੁੱਛਾਂਦੇ ਆ। ਹਾਂਜੀ ਹਾਂਜੀ ਚਲੋ। ਉਹ ਬਈ ਛੇਤੀ ਜਾ ਕੇ ਉਹਨਾਂ ਨੂੰ ਰੋਕੋ, ਮੈਂ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ। ਜਾ ਪ੍ਰਣਾਮ ਮਹਾਰਾਜ, ਗੁਰੂ ਜੀ ਆਏ ਤੁਹਾਨੂੰ ਮਿਲਣ। ਆਓ ਪੁੱਤਰ। ਪ੍ਰਣਾਮ ਬਾਬਾ। नमस्ते। राम राम बाबा, दवा ले आए मेरे लिए बेटा? ਹਾਂ ਮਾਂ, ਤੁਹਾਡੇ ਲਈ ਵੀ ਦਵਾ ਲੈ ਕੇ ਆਇਆ। जिंदा रहे। ਪ੍ਰਣਾਮ ਮਹਾਰਾਜ ਜੀ। ਨਮਸਕਾਰ ਨਮਸਕਾਰ। ਮਹਾਰਾਜ ਜੀ ਪ੍ਰਣਾਮ। ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਮਿਲ ਕੇ, ਬੜੀ ਤਾਰੀਫ ਸੁਣ ਰਿਹਾ ਕਈ ਦਿਨਾਂ ਤੋਂ ਤੁਹਾਡੀ। ਇੱਥੇ ਉਹਨਾਂ ਨੂੰ ਸੁਨੇਹਾ ਮਿਲਿਆ ਸ਼੍ਰੀ ਸ਼ੰਕਰ ਦੇਵ ਜੀ ਮਹਾਰਾਜ ਤੋਂ ਉਹਨਾਂ ਦੇ ਕਿਰਪਾਲੂ ਬਾਗ ਆਸ਼ਰਮ ਨੂੰ ਚਲਾਉਣ ਦਾ। ਤੁਸੀਂ ਤਾਂ ਮੇਰਾ ਰੱਬ ਹੋ। ਪਰ ਇਸ ਵਿੱਚ ਦੇਸ਼ ਦੇ ਲੋਕਾਂ ਦੀ ਗਰੀਬੀ, ਅਨਪੜ੍ਹਤਾ, ਅਭਾਵ ਅਤੇ ਸ਼ੋਸ਼ਣ ਵੇਖ ਕੇ ਉਹਨਾਂ ਦਾ ਜੀ ਵਿਚਲਿਤ ਹੋ ਗਿਆ। ਇਹ ਦਵਾਈ ਲੈ ਲੈਣਾ, ਆਰਾਮ ਆ ਜਾਊਗਾ, ਠੀਕ ਹੈ? ਔਰ ਸ਼ਰਬਤੀ ਦੇਵੀ ਕਿਵੇਂ ਹੋ? ਠੀਕ ਹੋ? राम राम बाबा। ਰਾਮ ਰਾਮ। हाँ थोड़ा फायदा तो है ਤੁਹਾਡੀ ਦਿੱਤੀ ਦਵਾਈ ਤੋਂ। ਬਾਕੀ ਫਾਇਦਾ ਤਾਂ ਹੋਏਗਾ ਜਦ ਤੁਹਾਡਾ ਆਦਮੀ ਤੁਹਾਨੂੰ ਦਾਰੂ ਪੀ ਕੇ ਪਿੱਟਣਾ ਬੰਦ ਕਰ ਦੇਗਾ। ਉਹ ਨਹੀਂ ਸੁਣਦਾ ਮੇਰੀ। ਕਿੱਥੇ ਹੈ ਉਹ? ਇੱਥੇ ਹੀ ਠੇਕੇ ਤੇ ਪਿਆ ਹੋਇਆ। ਚਲੋ ਉਹਨੂੰ ਠੀਕ ਕਰ ਦੇ, ਮੈਂ ਉਹਨੂੰ ਸਮਝਾਉਂਦਾ। ਬੜੇ ਸਾਰੇ ਪਰਿਵਾਰਾਂ ਨੂੰ ਇਹ ਸ਼ਰਾਬ ਨੇ ਬਰਬਾਦ ਕਰ ਦਿੱਤਾ ਹੈ ਮਹਾਰਾਜ। ਕੌਣ? ਕਿਹੜੇ ਕੰਮ ਤੇ ਆਏ ਹੋ? ਅਰੇ ਬਈ ਤੁਹਾਡੇ ਕੰਮ ਲਈ ਆਇਆ। ਤਾਂ ਫਿਰ ਮੇਰੇ ਆਦਮੀ ਦੀ ਵੀ ਛੁਡਾ ਦਿਓ ਦਾਰੂ। ਹਾਏ ਰੱਬਾ, ਤੁਹਾਡਾ ਆਦਮੀ ਵੀ ਦਾਰੂ ਪੀਂਦਾ ਹੈ? ਹਾਂ। ਕਿਤੇ ਵੋਟੀ ਦੀ ਬੇਬਸੀ ਵੇਖੀ ਉਹਦੇ ਘਰ ਵਾਲੇ ਦੇ ਹੱਥ, ਤੇ ਕਿਤੇ ਆਦਮੀ ਦੀ ਬੇਬਸੀ ਵੇਖੀ ਦਮਨਕਾਰੀ ਤੰਤਰ ਦੇ ਹੱਥ। ਕਿਥੇ ਜ਼ਾਤ-ਪਾਤ ਅਤੇ ਭਾਸ਼ਾ ਦੇ ਨਾਂ ਤੇ ਦੇਸ਼ 'ਚ ਅੱਗ ਦੀ ਲਪਟਾਂ ਵਿਖਾਈ ਦਿੱਤੀਆਂ, ਤੇ ਕਦੀ ਸੰਪਰਦਾਇਕ ਦੰਗਿਆਂ ਵਿੱਚ ਦੇਸ਼ ਨੂੰ ਜਲਦੇ ਵੇਖਿਆ, ਤੇ ਕਦੀ ਇੱਕ ਦੂਜੇ ਦੀ ਸੰਪਰਦਾਇ ਨੂੰ ਖਰੀਦਦੇ ਵੇਖਿਆ। ਧਰਮ ਫੈਲਾਉਣ ਦੇ ਲਈ ਨਹੀਂ, ਆਪਣੇ ਸੰਪਰਦਾਇ ਨੂੰ ਵਧਾਉਣ ਦੇ ਲਈ। ਉਹ ਭਰਾ ਕਿਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ? ਇਹ ਲੋਕ ਆਪਣਾ ਧਰਮ ਪਰਿਵਰਤਨ ਕਰਕੇ ਜੋ ਆ ਰਹੇ ਹੈ। ਧਰਮ ਪਰਿਵਰਤਨ ਕਿਉਂ? ਉਹਨਾਂ ਦੇ ਪਿਤਾ ਜੀ ਬੜੇ ਬਿਮਾਰ ਸੀ, ਫਿਰ ਜਿਹੜੇ ਬਾਹਰ ਵਾਲੇ ਲੋਕੀ ਆਏ ਉਹਨਾਂ ਨੇ ਉਹਨਾਂ ਦੀ ਖੂਬ ਸੇਵਾ ਕੀਤੀ, ਮਤਲਬ ਦਵਾ, ਘਰ ਖਰਚ ਸਭ। ਤੇ ਫਿਰ ਉਹਨਾਂ ਨੇ ਦੱਸਿਆ ਆਪਣਾ ਧਰਮ ਪਰਿਵਰਤਨ ਕਰ ਦੇਣ ਦੇ ਫਾਇਦੇ ਬਾਰੇ, ਤੇ ਇਹਨਾਂ ਨੇ ਕਰ ਦਿੱਤਾ। ਚੱਲ ਚੱਲ ਚੱਲ। ਦੂਜੇ ਪਾਸੇ ਭ੍ਰਸ਼ਟਾਚਾਰ, ਅਪਰਾਧ ਅਤੇ ਬਲਾਤਕਾਰ ਦੀ ਘਟਨਾਵਾਂ ਸੁਣ ਕੇ ਮਨ ਦੁਖੀ ਹੋ ਉੱਠਿਆ। ਐਦਾਂ ਲੱਗਿਆ ਕਿ ਇਸ ਪੀੜਾ ਤੋਂ ਪੈਦਾ ਹੋਏ ਆਕਰੋਸ਼ ਤੋਂ ਤਾਂ ਆਪ ਆਪਣੀ ਤਾਕਤ ਦਾ ਨਾਸ਼ ਹੋ ਜਾਏਗਾ। ਜਦ ਇੰਨੇ ਸਾਰੇ ਮੁੱਦਿਆਂ ਤੇ ਹੱਲਾ ਬੋਲਣਾ ਹੈ ਤੇ ਪਹਿਲੇ
ਆਤਮ ਸ਼ਕਤੀ ਨੂੰ ਇਕੱਠਾ ਕਰਨਾ ਪਏਗਾ। ਹੋਰਾਂ ਨੂੰ ਜਗਾਉਣ ਤੋਂ ਪਹਿਲਾਂ ਖੁਦ ਨੂੰ ਜਗਾਉਣਾ ਪਏਗਾ ਅਤੇ ਪਹੁੰਚ ਗਏ ਦੋਨੋਂ ਗੰਗੋਤਰੀ 'ਚ। ਭਾਰਤ ਦੀ ਤਪੋ ਭੂਮੀ, ਗੰਗਾ ਦੀ ਜਨਮ ਭੂਮੀ ਗੰਗੋਤਰੀ, ਜਿੱਥੇ ਅੱਜ ਵੀ ਕਈ ਪੁण्य ਆਤਮਾਵਾਂ ਗੂੜੇ ਧਿਆਨ ਜਪ ਤਪ 'ਚ ਬੈਠੀਆਂ ਹੋਈਆਂ ਹਨ, ਆਤਮ ਉન્નਤੀ ਦੀ ਆਸ ਲਗਾਏ। ਇਹ ਦੋਨੋਂ ਵੀ ਜਾ ਪਹੁੰਚੇ ਉਥੋਂ ਦੀ ਗੁਫਾਵਾਂ ਅਤੇ ਕੰਦਰਾਵਾਂ ਦੇ ਵਿੱਚ ਉਸ ਤਪੋਵਸਥਾ 'ਚ ਪਹੁੰਚਣ ਜਿਸ ਦਾ ਇਰਾਦਾ ਬਚਪਨ 'ਚ ਕੀਤਾ ਸੀ। अज्ञान तो उतर के ज्ञान में पान, क्योंकि बिना विचार दी स्थिति च पहुंच के ही सही विचार दी पैदाइश होगी ते खुद दी जित होवेगी। क्योंकि जो ज्ञानी होके इंद्रियां दे भोग वासनावां तो अगे निकल के सही आचरण सच संयम वाले योग दे रास्ते ते चलेगा, ओही तां अपनी मंजिल पावेगा। उंज भी इंद्रियां ते नियंत्रण अते अध्यात्म दी भुख ਇਹ बचपन तो ही मेरे दिल च सी, ते ਉਹ ਵੀ जद मैं 9-10 ਵਰਿਆਂ ਦਾ ਸੀ ਅਤੇ ਸਮਾਜ ਸੁਧਾਰ ਦੀ ਭਾਵਨਾ ਦੇ ਵਿੱਚ ਵੀ ਬਚਪਨ ਤੋਂ ਹੀ ਮੇਰੇ ਦਿਲ 'ਚ ਫੁੱਟਦੇ ਸੀ। पिताजी जे तुसी बीड़ी ते हुक्का पीण दी आदत नहीं छड्डी तो मैं खाना नहीं खावांगा। ओए बिट्टू, ओए पप्पू, ओए राजेश, मेरी माँ बुला रही है, सारे खाने ले आ जाओ। ਸਵੇਰ ਦਾ ਭੁੱਖਾ ਬੈਠਾ ਹੈ ਬੱਚਾ, ਕੁਝ ਖਾਦਾ ਨਹੀਂ ਇਹਨੇ, ਭੁੱਖਾ ਬੈਠਾ ਹੈ, ਭੁੱਖਾ ਮਰ ਜਾਏਗਾ ਤੂੰ, ਕਿਸੇ ਦੇ ਸੁਣਦਾ ਨਹੀਂ ਪਿਆ। ले खा ले खाना खा ले। मैं नहीं खाना। ओए खा ले। मैं नहीं खाना। खा ले। नहीं खाना। ਇਸ ਪੂਰਨਮਾਸੀ ਨੂੰ ਬਾਬਾ ਬਖਸ਼ੀਦਾਸ ਜੀ ਦੇ ਮੰਦਰ ਵਿੱਚ ਸਤਸੰਗ ਦੇ ਦਿਨ ਛੱਡ ਦੇਵਾਂਗਾ ਹੁੱਕਾ ਤੇ ਬੀੜੀ। ਹੁਣ ਤੇ ਖਾਣਾ ਖਾ ਲੈ ਪੁੱਤਰ। हाँ बहुत बढ़िया। ले खा। बच्चा खाना ना खावे तो मां दे दिल च खो पैंदी है पुत्तर। ਲੈ ਥੋੜਾ ਜਿਹਾ ਪੀ ਲੈ, ਪੀ ਲੈ। सुमित्रा, कोई खबर मिली मुंडे दी? क्यों? तेरा आदमी पता नहीं लगा रहा? ਕੀ ਦੱਸਾਂ ਤੈਨੂੰ, ਉਹ ਤੇ ਕਹਿੰਦੇ ਨੇ ਸਹੀ ਰਸਤੇ 'ਤੇ ਚੱਲ ਪਿਆ ਬਾਲਕਿਸ਼ਨ, ਵਧਣ ਦਿਓ ਉਹਨੂੰ, ਰੋਕੋ ਨਾ। हाँ, तेरे आदमी ने भी था किन्नी मुश्किल नाल विआह लई हाँ कीती सी। हुण की कहिए, कई लोग अपना चंगा भला घर छड्ड के पता नहीं की लब्बण निकल जांदे ने, जंगलां 'ਚ पहाड़ां 'ਚ, पता नहीं क्यों। ਜਦੋਂ ਤੱਕ ਧਿਆਨ ਨਾਲ ਆਦਮੀ ਦੀ ਖੁਦ ਨਾਲ ਪਹਿਚਾਣ ਨਹੀਂ ਹੋਏਗੀ, ਉਹਦੀ ਆਤਮ ਸ਼ਕਤੀ ਨਹੀਂ ਜਗੇਗੀ। ਪਰ ਇਹ ਮਨ ਵਸ 'ਚ ਆਏ ਤਾਂ ਹੀ ਨਾ। ਅਰਜੁਨ ਨੇ ਵੀ ਕਿਹਾ ਸੀ ਕ੍ਰਿਸ਼ਨ, ਵਾਯੂ ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਮਨ ਨੂੰ ਨਹੀਂ।
ਧਿਆਨ 'ਚ ਬੈਠਣ ਤੇ ਵੀ ਇਹ ਮਨ ਜਾਂ ਤੇ ਖੋਇਆ ਰਹਿੰਦਾ ਹੈ ਬੀਤੇ ਕੱਲ ਦੀ ਯਾਦ 'ਚ ਜਾਂ ਆਉਣ ਵਾਲੇ ਕੱਲ ਦੀ ਚਿੰਤਾਵਾਂ 'ਚ। ਸਮਝਣਾ ਇਹ ਹੈ ਕਿ ਅਤੀਤ ਜਾ ਚੁੱਕਿਆ ਹੈ ਅਤੇ ਭਵਿੱਖ ਹਜੇ ਆਇਆ ਹੀ ਨਹੀਂ। ਮਤਲਬ ਯੋਗ ਦੀ ਵਿਆਖਿਆ ਹੈ ਵਰਤਮਾਨ 'ਚ ਜੀਣਾ। ਔਰ ਵਰਤਮਾਨ 'ਚ ਜੀਣਾ ਜੀਵਨ ਨੂੰ ਤਿਉਹਾਰ ਵਾਂਗ ਮਨਾਣਾ ਹੈ। ਕਿਉਂ ਸੁਆਮੀ ਜੀ, ਕੁਝ ਫਰਕ ਪਿਆ? ਇਹ ਬਾਲ ਕ੍ਰਿਸ਼ਨ ਜਦ ਸੇਵਾ ਕਰਦੇ ਨੇ ਬਹੁਤ ਫਾਇਦਾ ਹੁੰਦਾ ਹੈ। ਵੇਖਣਾ ਬਾਲ ਕ੍ਰਿਸ਼ਨ, ਇੱਕ ਦਿਨ ਤੁਸੀਂ ਬਹੁਤ ਵੱਡੇ ਵੈਦ ਬਣੋਗੇ। ਮਨ ਦੇ ਪਾਰ ਜਾਣ ਨਾਲ ਹੀ ਬੰਦਾ ਆਪਣੀ ਆਤਮਾ ਨਾਲ ਜੁੜਦਾ ਹੈ। ਯੋਗਸ਼ਚਿਤ ਵ੍ਰਿਤੀ ਨਿਰੋਧਾ। ਗੁਰੂ ਜੀ, ਸਾਡੇ ਭਾਗ 'ਚ ਕੀ ਲਿਖਿਆ ਜ਼ਰਾ ਵੇਖੋ ਤਾਂ। ਉਹ ਹੱਥ ਤਾਂ ਠੀਕ ਹੈ, ਆਪਣੇ ਕਰਮ ਸੁਧਾਰ ਲਓ, ਭਾਗ ਆਪਣੇ ਆਪ ਜਾਗ ਜਾਊ। ਬਾਬਾ ਜੀ ਤੁਸੀਂ ਖੰਗਦੇ ਹੀ ਰਹੋਗੇ, ਕੀ ਤਕਲੀਫ ਹੈ? ਸਾਹ ਦੀ ਬਿਮਾਰੀ ਹੈ। ਹਾਂ, ਲੱਗਦਾ ਹੈ ਤੁਹਾਨੂੰ ਦਮੇ ਦੀ ਬਿਮਾਰੀ ਹੈ। ਆਓ ਮੇਰੇ ਕੋਲ, ਤੁਹਾਨੂੰ ਯੋਗ ਕਰਾਂਦਾ। ਮਤਲਬ ਯੋਗ ਦੀ ਵਿਆਖਿਆ ਹੈ ਆਪਣੇ ਕੇਂਦਰ ਨਾਲ ਜੁੜਨਾ ਅਤੇ ਆਪਣੇ ਹੀ ਆਤਮਾ ਦਾ ਦਰਸ਼ਨ ਸਾਰਿਆਂ 'ਚ ਕਰਨਾ। ਇਹੀ ਤਾਂ ਹੈ ਸਾਧਨਾ ਦਾ ਪਥ, ਮੁਕਤੀ ਦਾ ਮਾਰਗ। ਪ੍ਰਭੂ ਦਰਸ਼ਨ ਦੀ ਇੱਕ ਇੱਕ ਪਲ ਵਿੱਚ, ਇੱਕ ਇੱਕ ਕਣ 'ਚ ਅਭੀਪਸਾ, ਤਿਤਿਕਸ਼ਾ, ਜਗਿਆਸਾ, ਪਿਆਸ, ਭੁੱਖ, ਵਿਛੜਨਾ, ਮੁਕਤਵ, ਜੀਵਨ 'ਚ ਆਉਣ ਵਾਲੇ ਸਾਰੇ ਦੋਸ਼ਾਂ ਜਿਵੇਂ ਕਾਮ, ਗੁੱਸਾ, ਲਾਲਚ, ਹੰਕਾਰ, ਇਹਨਾਂ ਸਭ ਦੋਸ਼ਾਂ ਨੂੰ ਛੱਡ ਅਸ਼ੁਭ ਦਾ ਤਿਆਗ ਕਰਕੇ ਰੱਬ ਲਈ ਸੰਪੂਰਨ ਸਮਰਪਣ, ਬਿਨਾਂ ਸ਼ਰਤਾ ਆਤਮ ਸਮਰਪਣ, ਇਹਨਾਂ ਦੇ ਨਾਲ ਹੀ ਹੈ ਮੁਕਤੀ, ਪੂਰਨ ਤ੍ਰਿਪਤੀ। ਹੋਰ ਕਹੋ ਅਨੁਜ, ਕਿਵੇਂ ਹੋ? ਚੰਗੇ ਹੋ ਨਾ? ਕੁਝ ਕਹਿਣ ਨੂੰ ਮਨ ਹੀ ਨਹੀਂ ਕਰਦਾ, ਬਸ ਪ੍ਰਭੂ ਯਾਦ 'ਚ ਡੁੱਬੇ ਰਹਿਣ ਨੂੰ ਹੀ ਜੀ ਚਾਹੁੰਦਾ ਹੈ। ਚਾਹੁੰਦੇ ਤਾਂ ਆਚਾर्य ਰਾਮਦੇਵ ਵੀ ਉਹੀਓ ਸੀ, ਪਰ ਕੀ ਇਹੋ ਹੀ ਭੂਮਿਕਾ ਸੀ ਉਹਨਾਂ ਦੀ ਇਸ ਜੀਵਨ 'ਚ? ਨੇਰੀਆਂ ਵਿੱਚ ਵੀ ਦੀਵੇ ਜਲਾਵਾਂਗੇ ਅਸੀਂ, ਦੇਸ਼ ਮੇਰੇ, ਦੇਸ਼ ਮੇਰੇ। ਨੇਰੀਆਂ ਵਿੱਚ ਵੀ ਦੀਵੇ ਜਲਾਵਾਂਗੇ ਅਸੀਂ, ਦੁਖੀ ਜਨਾਂ ਦੀ ਪੀੜ ਮਿਟਾਵਾਂਗੇ ਅਸੀਂ। ਆਵੋ ਹੱਥ ਵਧਾਈਏ, ਫਾਸਲਿਆਂ ਨੂੰ ਮਿਟਾਈਏ, ਹੌਸਲੇ ਘੱਟ ਹੋਣਾ ਤੇਰੇ। ਦੇਸ਼ ਮੇਰੇ, ਦੇਸ਼ ਮੇਰੇ, ਦੇਸ਼ ਮੇਰੇ, ਦੇਸ਼ ਮੇਰੇ। ਜਿਹੜੇ ਕਹਿੰਦੇ ਸੀ ਰੋਸ਼ਨੀ ਲੈ ਆਵਾਂਗੇ ਅਸੀਂ, ਦੇਸ਼ ਮੇਰੇ। ਜਿਹੜੇ ਕਹਿੰਦੇ ਸੀ ਰੋਸ਼ਨੀ ਲੈ ਆਵਾਂਗੇ ਅਸੀਂ, ਕੋਨਿਆਂ ਤੋਂ ਨੇਰੇ ਮਿਟਾਵਾਂਗੇ ਅਸੀਂ। ਹੋਕੇ ਮੂੰਹ ਵਿੱਚ ਅੰਨੇ ਕਰਕੇ ਕੱਲ ਕੰਡੇ, ਸੂਰਜ ਨੂੰ ਨਿਕਲ ਗਏ ਤੇਰੇ। ਦੇਸ਼ ਮੇਰੇ, ਦੇਸ਼ ਮੇਰੇ।
भरा मेरे बाल कृष्ण, मैं कुछ सोचा है। भरा सानू गलता करनी पड़ेगी ते कुछ करना भी पड़ेगा। ਆਚਾਰੀਆ ਰਾਮਦੇਵ ਨੂੰ ਲੱਗਿਆ ਆਤਮ ਸਰੂਪ 'ਚ ਆ ਕੇ ਜਿਹੜੀ ਸ਼ਕਤੀ ਪੈਦਾ ਹੋਈ ਹੈ ਉਹਨਾਂ ਦੋਨਾਂ 'ਚ ਹੁਣ ਇਸ ਸ਼ਕਤੀ ਇਸ ਬੋਧ ਨੂੰ ਵਾਪਸ ਸਮਾਜ 'ਚ ਲਗਾਉਣਾ ਹੋਏਗਾ, ਕਿਉਂਕਿ ਮਾਂ ਭਾਰਤੀ ਬੁਲਾ ਰਹੀ ਹੈ ਹੁਣ ਉਹਨਾਂ ਨੂੰ ਇਸ ਵਾਰੀ ਕੁਝ ਅਲੱਗ ਕਰਨ ਦੇ ਲਈ। ਉਹਨਾਂ ਨੂੰ ਲੱਗਿਆ ਅੱਗੇ ਦੀ ਆਧਿਆਤਮਿਕ ਯਾਤਰਾ ਹੁਣ ਇਹਨਾਂ ਸੇਵਾਵਾਂ ਦੇ ਨਾਲ ਨਾਲ ਹੀ ਕਰਾਂਗੇ। ਨਮਸਤੇ ਬਾਬਾ ਜੀ। ਓਮ ਪ੍ਰਣਾਮ ਭਰਾ। ਬਾਬਾ ਜੀ ਅਸੀਂ ਤੁਹਾਨੂੰ ਕਈ ਦਿਨਾਂ ਤੋਂ ਲੱਭ ਰਹੇ ਸੀ ਬਾਬਾ ਜੀ। ਬਾਬਾ ਜੀ ਸਾਡੇ ਉੱਤੇ ਤੁਹਾਡਾ ਬਹੁਤ ਉਪਕਾਰ ਹੋ ਗਿਆ। ਕੀ ਹੋਇਆ? ਉਹ ਜੋ ਅਸੀਂ ਤੁਹਾਡੇ ਨਾਲ ਉਹ ਸਾਹ ਲੈਣ ਵਾਲੀ ਕਸਰਤ ਕਰਦੇ ਸੀ ਨਾ, ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ। ਕਿਉਂ ਜਾਗ ਗਈ ਕੁੰਡਲੀ ਨਹੀਂ ਕੁੰਡਲੀ ਨਹੀਂ ਜਗੀ, ਪਰ ਉਹ ਜੋ ਮੈਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਨਾ ਹਰ ਦੂਜੇ ਤੀਜੇ ਦਿਨ, ਹੁਣ ਉਹ ਨਹੀਂ ਪੈਂਦੇ ਪਿਛਲੇ 3 ਮਹੀਨਿਆਂ ਤੋਂ। ਇਹ ਮੇਰੀ ਘਰ ਵਾਲੀ ਹੈ, ਇਹਦੀ ਕਮਰ 'ਚ ਵੀ ਦਰਦ ਰਹਿੰਦਾ ਸੀ, ਡਿੱਗ ਗਈ ਸੀ ਨਾ ਇੱਕ ਵਾਰੀ। ਮੈਂ ਨਾ ਇਹਨੂੰ ਵੀ ਸਿਖਾ ਦਿੱਤੀ ਉਹ ਕਸਰਤ, ਉਹ ਸਾਹ ਲੈਣ ਵਾਲੀ, ਹੁਣ ਇਹਨੂੰ ਵੀ ਬਹੁਤ ਫਾਇਦਾ ਹੋ ਰਿਹਾ ਹੈ। ਪ੍ਰਣਾਮ ਸਵਾਮੀ ਜੀ। ਉਹ ਕੀ ਹੈ, ਮੇਰੀ ਆਰਟਰੀਜ਼ ਵਿੱਚ ਬਲੌਕੇਜ ਹੋ ਗਈ ਸੀ, ਹੁਣੇ ਚੈੱਕ ਕਰਾਇਆ ਤੇ ਪਤਾ ਚੱਲਿਆ ਕਿ ਉਹ 80% ਠੀਕ ਹੋ ਚੁੱਕੀ ਹੈ। ਮੈਂ ਤੇ ਤੁਹਾਡਾ ਬਸ ਉਹ ਸਾਹ ਵਾਲਾ ਵਿਆयाम ਯੋਗ ਆਤਮ ਦੀ ਉન્નਤੀ ਦੇ ਨਾਲ ਰੋਗਾਂ ਨੂੰ ਵੀ ਮਿਟਾਉਣ ਦਾ ਜ਼ਰੀਆ ਹੈ, ਇਹ ਤਾਂ ਪਤਾ ਸੀ, ਪਰ ਇੰਨੇ ਵੱਡੇ ਰੋਗ ਵੀ ਯੋਗ ਠੀਕ ਕਰ ਸਕਦਾ ਹੈ। ਇਹਦੇ ਨਤੀਜੇ ਜਦ ਗੰਗੋਤਰੀ ਦੇ ਵਿੱਚ ਦਿਖਾਈ ਦੇਣ ਲੱਗੇ ਤਾਂ ਵਿਖਾਈ ਦੇਣ ਲੱਗਾ ਅੱਗੇ ਦਾ ਰਸਤਾ ਅਤੇ ਰੱਬ ਦਾ ਸੁਨੇਹਾ ਜੋ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ। हे रब, हे मां गंगे, ਅਸੀਂ ਤੇਰੇ ਪੁੱਤ ਅੱਜ ਇਹ ਪੱਕਾ ਇਰਾਦਾ ਕਰਦੇ ਹਾਂ ਕਿ ਹੁਣ ਅਸੀਂ ਪੂਰੀ ਆਪਣੀ ਜ਼ਿੰਦਗੀ ਲੋਕਾਂ ਨੂੰ ਨਿਰੋਗ ਕਰਨ ਵਿੱਚ ਲਾਵਾਂਗੇ, ਭਾਰਤ ਨੂੰ ਸਵਸਥ, ਤੰਦਰੁਸਤ ਅਤੇ ਚਰਿੱਤਰਵਾਨ ਬਣਾਉਣ 'ਚ ਲਾਵਾਂਗੇ ਅਤੇ ਆਪਣੇ ਪੂਰਵਜਾਂ ਦੀ ਸੰਸਕ੍ਰਿਤੀ ਦੇ ਲਈ ਲੋਕਾਂ ਨੂੰ ਜਾਗਰੂਕ ਅਤੇ ਗਿਆਨੀ ਬਣਾਵਾਂਗੇ ਤਾਂ ਕਿ ਅੱਗੇ ਚੱਲ ਕੇ ਫਿਰ ਕੋਈ ਉਹਨਾਂ ਨੂੰ ਕਿਸੇ ਭਰਮ 'ਚ ਨਾ ਪਾ ਸਕੇ। ਇਹ ਸਾਡਾ ਵਾਅਦਾ ਹੈ ਜਨਨੀ ਮਾਂ ਭਾਰਤੀ ਤੁਹਾਡੇ ਨਾਲ। ਫੁੱਲਾਂ ਦੀ ਵਾਦੀਆਂ ਮੈਂ ਕਨ ਹਿਮ ਦਾ ਤਾਜ ਚਮਕੇ ਜਿੱਥੇ ਵੇਦ ਪੁਰਾਣ ਦਾ ਜਾਪ ਜਿੱਥੇ ਹੋਏ, ਓਮਕਾਰ ਓਮ ਦਾ ਹੋਏ ਜਿੱਥੇ, ਇੰਨੇ ਸੰਤ ਫਕੀਰ ਕਿਥੇ ਤੇ ਇਹੋ ਜਿਹੀ ਜੰਨਤ ਹੋਰ ਕਿਥੇ। ਸਭਿਅਤਾਵਾਂ ਦਾ ਸੰਗਮ ਹੀ ਤੂੰ ਮਾਂ ਤੇਰੇ ਵਰਗਾ ਹੋਰ ਕਿਥੇ, ਮਾਂ ਤੇਰੇ ਵਰਗਾ ਹੋਰ ਕਿਥੇ। ਜਨ ਜਨ ਤੱਕ ਜਾਵਾਂਗੇ ਅਸੀਂ, ਅਲਖ ਜਗਾਵਾਂਗੇ ਤੇਰੇ ਲਈ, ਰਾਗ ਮਲਹਾਰ ਗਾਵਾਂਗੇ ਅਸੀਂ, ਬਹਾਰ ਲੈਵਾਂਗੇ ਤੇਰੇ ਲਈ, ਜਾਤ ਪਾਤ ਮਿਟਾਵਾਂਗੇ ਅਸੀਂ ਤੇਰੇ ਲਈ,
ओ मां संजीवनी लियान चलिया असी शरवण तेरे लई जीवांगे मरांगे तेरे लई अरे बाल कृष्ण किथे हो मिली की भरा मेरे मिली की नहीं ओ महाराज जी रुको तो सही जी महाराज हाँ मिल गई ता चलिए फिर पर नमस्ते प्रणाम महाराज पर स्वामी जी भी मिले स्वामी जी ने दसिया गंगनाणी दे बुग्याल विच बहुत सारी जड़ी बूटियां होंदियां हन बहुत ही फायदे वाली जड़ी बूटियां जे तुसी कहो महाराज जी ता प्रणाम महाराज। महाराज जी प्रणाम। महाराज जी कित्थों तो आ रहे हो? महाराज जी कित्थे जा रहे हो तुसी? हरिओम तत्सत, बाकी सब गपशप। उतरता रहे सी मैदाना च पर मन ओथे किथे हिमालय च छूट रहा सी। ऐदां दे सच्चे साधुआं दे कोल गंगा दे उस वेग विच तपोवन दी विशालता विच उस पवित्रता विच जो पल पल उस परम सत्ता दे होण दा एहसास कराउंदी है। आगे राह ਵੇਖ ਰਿਹਾ ਸੀ ਕਦੋਂ ਪਤਾ ਸੀ ਕਿ ਹੋਵੇ ਨਾ ਹੋਵੇ ਇੱਕ ਦਿਨ ਤੁਸੀਂ ਦੋਵੇਂ ਜ਼ਰੂਰ ਆਓਗੇ ਤੇ ਇੱਥੋਂ ਹੀ ਆਪਣਾ ਕੰਮ ਸ਼ੁਰੂ ਕਰੋਗੇ। ਇੱਥੋਂ ਹਰਦੁਆਰ ਤੋਂ ਮੇਰੇ ਗੁਰੂ ਕਿਰਪਾਲੂ ਦੇਵ ਜੀ ਦੀ ਤਪੋ ਭੂਮੀ ਤੋਂ ਇਹਨਾਂ ਮਹਾਨ ਸ਼ਹੀਦਾਂ ਤੇ ਵੀਰਾਂ ਦੀ ਧਰਤੀ ਤੋਂ। ਇੱਥੇ ਦੇਸ਼ ਤੇ ਕੁਰਬਾਨ ਹੋਣ ਵਾਲੇ ਵੀਰ ਆਇਆ ਕਰਦੇ ਸੀ। ਹਾਂ, ਰਾਸ ਬਿਹਾਰੀ ਬੋਸ ਆਪਣੇ ਸਾਥੀ ਸੁਤੰਤਰਤਾ ਸੈਨਾਨੀਆਂ ਦੇ ਨਾਲ ਇੱਥੇ ਹੀ ਤਾਂ ਗੁਪਤ ਮੀਟਿੰਗ ਕਰਦੇ ਸੀ। महाराज जी ठीक बन गए ना बैनर? हाँ, बहुत बढ़िया। फिर इन्हू लगा देंदे आ। ला दियो। ਇੱਥੋਂ ਦੀ ਹੀ ਸਵਾਮੀ ਸ਼ੰਕਰ ਦੇਵ ਜੀ ਦੀ ਮਦਦ ਅਤੇ ਉਹਨਾਂ ਦੇ ਸਹਿਯੋਗੀ ਸਵਾਮੀ ਮੁਕਤਾਨੰਦ, ਸਵਾਮੀ ਕਰਮਵੀਰ ਅਤੇ ਹੋਰ ਭਰਾਵਾਂ ਦੇ ਨਾਲ ਮਿਲ ਕੇ ਸਨ 1995 ਚ ਯੋਗ ਮੰਦਿਰ ਟਰਸਟ ਦੀ ਸਥਾਪਨਾ ਕੀਤੀ ਗਈ। ਉਸ ਕਿਰਪਾਲੂ ਬਾਗ ਆਸ਼ਰਮ ਤੋਂ ਜਿੱਥੇ ਕਦੀ ਸੁਤੰਤਰਤਾ ਸੰਗਰਾਮ ਕ੍ਰਾਂਤੀ ਦਾ ਉੱਚਾ ਸੁਰ ਵੱਜਦਾ ਸੀ। ਆਵਾਜ਼ ਅੱਜ ਵੀ ਸੁਤੰਤਰਤਾ ਦੀ ਹੀ ਸੀ, ਪਰ स्वतंत्रता मात्र अंग्रेजी राज तो ही नहीं, सानू स्वतंत्रता चाहिए अपने अंदर दी उस पराधीनता तो। आजादी चाहिए सानू मैकाले दी सिक्ख्या पद्धति तो जिन्हें सदियां तो सानू गुलाम बना के रखे है। आजादी चाहिए सानू असिक्ख्या तो, भुख तो, अभाव तो, गरीबी तो, रोगां तो। देखो मैं जो तुहानू ज्ञान दे रहा यह मेरा इजाद किया हुआ नहीं है, पर साडे पुरखे ऋषि मुनिया तो असी जेड़ा योग ते आयुर्वेद दा ज्ञान प्राप्त किया है, मैं सिर्फ उसकी याद दिवा रहा। ਕਿਰਪਾਲੂ ਬਾਗ ਆਸ਼ਰਮ ਬਣ ਗਿਆ ਸੀ ਰਣ ਖੇਤਰ ਇਹਨਾਂ ਸਾਰਿਆਂ ਮੁੱਦਿਆਂ ਦਾ। ਹੁਣ ਅਸੀਂ ਕਰਾਂਗੇ ਭੁਜੰਗ ਆਸਨ ਤੋਂ ਬਾਅਦ ਪ੍ਰਾਣਾਯਾਮ। ਦੇਖਣ 'ਚ ਇਹ ਪ੍ਰਾਣਾਯਾਮ ਬਾਲਾ ਸੌਖਾ ਲੱਗਦਾ ਹੈ, ਪਰ ਇਸ ਦੇ ਨਾਲ सब परेशानियां दा हल है।
ਗੁਰੂਕੁਲ ਦੇ ਪੜ੍ਹੇ ਹੋਏ ਸੰਸਕ੍ਰਿਤ ਪੜ੍ਹਾਉਣ ਤੋਂ ਇਲਾਵਾ ਕਰ ਹੀ ਕੀ ਸਕਦੇ ਨੇ। ਕਿੰਨੀ ਵਾਰ ਸੁਣ ਰੱਖਿਆ ਸੀ ਐਦਾਂ ਦੇ ਬੇਇੱਜ਼ਤੀ ਵਾਲੇ ਸ਼ਬਦ। ਮੈਂ ਸੋਚਿਆ ਮੈਂ ਇੱਦਾਂ ਦੀ ਜਗ੍ਹਾ ਜਾਵਾਂਗਾ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਏ ਅਤੇ ਉੱਥੇ ਵੀ ਕੁਝ ਕਰਕੇ ਵਿਖਾਵਾਂਗਾ। ਅਤੇ ਫਿਰ ਮੈਂ ਪਹੁੰਚ ਗਿਆ ਪੋਰਬੰਦਰ। ਦੋਨਾਂ ਪੈਰਾਂ ਨੂੰ ਸਾਹਮਣੇ ਰੱਖੋ, ਹੱਥਾਂ ਨੂੰ ਸਾਹ ਭਰਦੇ ਹੋਏ ਉੱਤੇ ਚੁੱਕੋ ਅਤੇ ਹੌਲੀ-ਹੌਲੀ ਸਾਹ ਛੱਡਦੇ ਹੋਏ ਸਾਹਮਣੇ ਚੁੱਕੋ। ਬਹੁਤ ਵਧੀਆ ਆਚਾਰੀਆ ਜੀ, ਬਹੁਤ ਵਧੀਆ। ਐਂਜੇ ਭਰਾਵੋ ਤੇ ਭੈਣੋ, ਇਹ ਆਚਾਰੀਆ ਜੀ ਸਾਨੂੰ ਯੋਗਤਾ ਸਿਖਾਈ ਰਹੇ ਹਨ। ਇਹਦੇ ਬਾਅਦ ਤੁਹਾਡਾ ਟ੍ਰੀਟਮੈਂਟ ਵੀ ਕਰਨਗੇ, ਉਹ ਵੀ ਬਿਲਕੁਲ ਫ੍ਰੀ 'ਚ। ਜਿਨ੍ਹਾਂ ਨੂੰ ਵੀ ਕੋਈ ਰੋਗ ਹੈ ਕਿਤੇ ਨਾ ਜਾਓ, ਆਚਾਰੀਆ ਜੀ ਨੂੰ ਵਿਖਾਓ। ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਬਹੁਤ ਆਰਾਮ ਮਿਲੇਗਾ। ਭਰਾ ਜੀ, ਹਾਂ ਤੁਸੀਂ ਵੀ ਦੱਸੋ ਨਾ ਆਪਣਾ ਆਰਥਰਾਈਟਿਸ। ਹਾਂ ਨਮਸਤੇ। ਓਏ ਮੈਂ ਨਹੀਂ ਵਿਖਾਣਾ ਚਾਹੁੰਦਾ ਕਿਸੇ ਨੀਮ ਹਕੀਮ ਖਤਰਾਏ ਜਾਨ। ਤੂੰ ਸਮਝ ਨਹੀਂ ਰਿਹਾ। ਸਾਹਿਬ अस्सलाम वालेकुम। ਹਾਂ ਹਾਂ ਅਬਦੁਲ, ਸਾਨੂੰ ਲੱਗਦਾ ਹੈ ਤੁਸੀਂ ਵਾਕਈ ਕੋਈ ਪੀਰ ਹੋ। ਕੀ ਹੋ ਗਿਆ? ਉਹ ਸਾਹਿਬ ਉਹ ਦੱਸਿਆ ਸੀ ਉਹ ਐਕਿਊਪ੍ਰੈਸ਼ਰ। ਐਕਿਊਪ੍ਰੈਸ਼ਰ ਓਏ 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 ਓਏ, ਉਹਦੇ ਨਾਲ ਤੇ ਮੇਰੀ ਅੱਡੀ ਦੀ ਪੀੜ ਬਿਲਕੁਲ ਠੀਕ ਹੋ ਗਈ। ਸਾਹਿਬ ਇੱਕ ਥਾਂ ਤੇ ਖੜਾ ਨਹੀਂ ਰਿਹਾ ਜਾਂਦਾ ਸੀ। ਅੱਛਾ, ਧੰਦਾ ਚੌਪਟ ਹੋ ਰਿਹਾ ਸੀ। ਪਰ ਸਾਹਿਬ ਜਿਹੜੀ ਦਵਾਈ ਤੁਸੀਂ ਦੱਸੀ ਸੀ ਉਹ ਬਾਜ਼ਾਰ 'ਚ ਮਿਲ ਹੀ ਨਹੀਂ ਰਹੀ ਸੀ। ਆਹੋ ਜੀ, ਇਹ ਸੱਚ ਹੈ। ਜਿਹੜੀ ਦਵਾਈ ਤੁਸੀਂ ਲਿਖਦੇ ਹੋ ਨਾ ਉਹ ਬਾਜ਼ਾਰ 'ਚ ਮਿਲਦੀ ਨਹੀਂ। ਹਾਂ ਹਾਂ, ਤੁਸੀਂ ਦੱਸੋ ਅਸੀਂ ਕੀ ਕਰੀਏ? ਉਹੀ ਹੋ ਤੇ। ਤਾਂ ਫਿਰ ਮੇਰਾ ਵੀ ਕਰ ਦਿਓ ਨਾ ਐਕਿਊਪ੍ਰੈਸ਼ਰ, ਨਾਲ ਦਵਾਈ ਵੀ ਲਿਖੀ ਦਿਓ। ਉਹ ਤਾਂ ਠੀਕ ਹੈ ਬਈ, ਜਦੋਂ ਸ਼ੁੱਧ ਆਯੁਰਵੈਦਿਕ ਦਵਾਈਆਂ ਬਾਜ਼ਾਰ 'ਚ ਨਹੀਂ ਮਿਲ ਪਾ ਰਹੀ ਤਾਂ ਤੁਸੀਂ ਲੋਕੀ ਖੁਦ ਹੀ ਦਵਾਈਆਂ ਬਣਾਉਣੀ ਕਿਉਂ ਨਹੀਂ ਸ਼ੁਰੂ ਕਰ ਦਿੰਦੇ? ਕਿਵੇਂ? ਕਿੱਦਾਂ? ਇੱਥੋਂ ਹੀ, ਕਿਰਪਾਲੂ ਬਾਗ ਆਸ਼ਰਮ ਤੋਂ। ਹੋਰ ਕਿੱਥੋਂ? ਕਿਉਂ, ਤਿਆਰ ਹੋ? ਹਾਂ, ਹਮੇਸ਼ਾ। ਮੈਨੂੰ ਪਤਾ ਹੈ, ਐਸੇ ਲਈ ਤਾਂ ਤੁਹਾਡਾ ਇੰਤਜ਼ਾਰ ਸੀ। ਤੇ ਨਾਲੇ ਮੈਨੂੰ ਇਹ ਵੀ ਪਤਾ ਸੀ ਕਿ ਪੂਰੇ ਦੇਸ਼ ਨੂੰ ਤੁਹਾਡਾ ਇੰਤਜ਼ਾਰ ਹੈ। ਤੂੰ ਚੱਲਦਾ ਚੱਲ ਹਰ ਪਲ, ਤੂੰ ਵੱਧਦਾ ਚੱਲ ਹਰ ਪਲ। ਤੂੰ ਚੱਲਦਾ ਚੱਲ ਹਰ ਪਲ, ਤੂੰ ਵੱਧਦਾ ਚੱਲ ਹਰ ਪਲ। ਚਰਨਿਆਂ ਨੂੰ ਤੂੰ ਛੂੰਹਦਾ ਚੱਲ, ਹਾਏ ਰੇ ਕਰ ਗਿਲਾ ਉਸ ਦਾ ਅੰਚਲ। ਜਿਹੜੀ ਇੱਕ ਧੁਨ ਚੰਚਲ, ਪਾਣੀ ਵਾਕਨ ਬਹਿ ਜਾ ਕਲ 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 ਕਲ। ਐ ਪੈਰਾਂ ਦੇ ਛਾਲੇ, ਤਪਦੀ ਧੁੱਪ ਦੇ ਪਾਲੇ, ਫੁੱਲਾਂ ਦੀ ਰਾਧਿਆਂ 'ਚ ਢਾਲੇ, ਬੇਖੌਫ ਸੁਪਨੇ ਸਜਾ ਲੈ। ਨਿਰਬਲ ਨੂੰ ਮਿਲ ਜਾਵੇ ਬਲ, ਪੈਦਾ ਕਰ ਇਹੋ ਜਿਹੀ ਹਲਚਲ ਹਲਚਲ। ਉਹ ਬਈ ਬਾਲ ਕ੍ਰਿਸ਼ਨ, ਇਹ ਕਿਰਾਏ ਦਾ ਪਤੀਲਾ ਤਾਂ ਵਾਪਸ ਕਰ ਦੇ, ਨਹੀਂ ਤਾਂ ਪਤਾ ਲੱਗੇ 10 ਰੁਪਏ ਕਿਰਾਇਆ ਹੋਰ ਚੜ ਗਿਆ। ਚੰਗਾ ਵੀਰ ਜੀ, ਸਾਈਕਲ ਤੇ ਰੱਖ ਕੇ ਵਾਪਸ ਕਰਾਨਾ। ਡਿੱਗ ਪਿਆ। ਸਬਰ ਟੁੱਟੇ ਤੇ ਕੀਏ, ਹੌਸਲੇ ਟੁੱਟਣ ਤੇ ਕੀਏ। ਹਸਤੀ ਨੂੰ ਆਪਣੀ ਮਿਠਾ ਲੈ, ਆਰਜ਼ੂ ਨੂੰ ਆਪਣੀ ਜਗਾ ਲੈ। ਤੂੰ ਪਤੰਗੇ ਵਰਗਾ ਮਚਲ, ਅੱਗ ਦੇ ਆਗੋਸ਼ ਵਿੱਚ ਜਲ
ਵਾਹ ਮਹਾਰਾਜ ਜੀ, ਅੱਜ ਪਾਣੀ ਦਾ ਭਾਅ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹੈ। ਉਹ ਰਾਹ ਕੀ ਚੱਲਣ ਵਾਲੇ ਦੀ ਕੁਸ਼ਲਤਾ ਕੀ, ਜਿਹੜੇ ਰਾਹ 'ਚ ਵਿਖਰੇ ਕੰਡੇ ਨਾ ਹੋਣ, ਨਾਵਿਕ ਦੀ ਤੈਰੇ ਪ੍ਰੀਖਿਆ ਹੀ ਕੀ, ਜਦ ਤਾਰਾ ਹੀ ਪ੍ਰਤੀਕੂਲ ਨਾ ਹੋਏ। ਓ ਵਾਹ ਵਾਹ ਮਹਾਰਾਜ ਜੀ, ਬਹੁਤ ਚੰਗਾ ਸਿਖਾਇਆ। ਤੁਸੀਂ ਤਾਂ ਸਾਡੇ ਦਿਲ ਚੋਂ ਡਰ ਹੀ ਕੱਢ ਦਿੱਤਾ ਹੈ। चल पानी वाकन बैजा कल 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 ਵੀਰ ਜੀ ਤੁਸੀਂ ਆਪਣਾ ਵੀ ਤਾਂ ਖਿਆਲ ਰੱਖਿਆ ਕਰੋ। ਆ ਲਓ ਦਵਾਈ ਲੈ ਲਓ। छाले तपदी धुप दे पाले, औलादी राधियां च ढाले, बेखौफ सुपने सजाले, निर्बल नू मिल जावे बल, पैदा कर एहो जेही हलचल हलचल। सोच लो आचार्य रामदेव, ਇਹ ਸੰਕਲਪ ਆਸਾਨ ਨਹੀਂ ਹੈ ਨਿਭਾਉਣਾ। ਬ੍ਰਹਮਚਰਯ ਆਸ਼ਰਮ ਤਾਂ ਪੂਰਨ ਗਰਿਮਾ ਨਾਲ ਨਿਭਾਇਆ ਤੁਸੀਂ ਰਾਮਦੇਵ। ਹੁਣ ਤੁਸੀਂ ਗ੍ਰਹਸਥ ਆਸ਼ਰਮ 'ਚ ਜਾ ਸਕਦੇ ਹੋ ਜੇ ਜਾਣਾ ਚਾਹੋ ਤਾਂ। ਜਾਣਾ ਚਾਹਾਂ ਤਾਂ ਨਾ ਸੋਚ ਲਿਓ, ਫਿਰ ਪਿਆਰ ਨਾ ਕਰ ਸਕੋਗੇ। ਪਿਆਰ ਹੀ ਤਾਂ ਕਰ ਸਕਾਂਗਾ, ਅਸੀਮਤ ਪਿਆਰ। ਇਹਨਾਂ ਦਾ ਮਤਲਬ ਹੈ ਪਰਿਵਾਰ, ਸਤਰੀ ਪ੍ਰੇਮ ਤੋਂ। ਇਹਨਾਂ ਦੀ ਵੀ ਤਾਂ ਥਾਂ ਹੈ ਜ਼ਿੰਦਗੀ 'ਚ। ਉਹਨਾਂ ਨੂੰ ਉਹ ਪਿਆਰ ਮਿਲੇ ਜਿਸ ਦੀ ਉਹਨਾਂ ਨੂੰ ਪਾਲ ਹੈ। ਮੈਨੂੰ ਤੇ ਆਪਣੇ ਰੱਬ 'ਚ ਹੀ ਮਾਂ, ਪਿਓ ਤੇ ਸਾਰਾ ਸੰਸਾਰ ਨਜ਼ਰ ਆਉਂਦਾ ਹੈ। ਹੁਣ ਸਵਾਮੀ ਰਾਮਦੇਵ ਜੀ ਸੰਨਿਆਸ ਧਰਮ ਦਾ ਸੰਕਲਪ ਲੈਣਗੇ। ओम पुत्रेष्णा वितेष्णा लोकेष्णा माया परित्यक्ता मता सर्वभूतेभ्यो अभयमस्तु स्वाहा। मैं अज तो पुत ते शिष्य दे मोह तो उत्ते उठ के अपने संन्यास धर्म दा पालन करांगा। मैं धन दे लालच तो दूर रह के मैनू मिलिया आर्थिक ते अध्यात्मिक ज्ञान दी वरतों रब दी प्रशंसा ते लोक कल्याण दे लई करांगा।
मैं अपने मान ते स्वाभिमान का त्याग करके संसार के मोह तो दूर रहकर अपना कर्म करांगा। मैं अज तो सारे प्राणियां नू अबे दान देना। बस बस गुलाब रो ना तेरा पुੱਤਰ ਚੰਗੇ ਕੰਮ ਲਈ ਜਾ ਰਿਹਾ ਹੈ। ਰੋ ਨਾ ਭੈਣ ਜੀ, ਦੇਸ਼ ਦਾ ਭਲਾ ਤੁਸੀਂ ਆਪਣਾ ਪੁੱਤ ਸਵਾਮੀ ਰਾਮਦੇਵ ਵਿਸ਼ਨੂੰ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਉਹਨਾਂ ਦਾ ਜਨਮ ਹੀ ਦੁਨੀਆ ਦੇ ਫਾਇਦੇ ਲਈ ਹੋਇਆ ਹੈ। ਉਸ ਵੇਲੇ ਤਾਂ ਲੱਗਿਆ ਕਿ ਅਜਿਹਾ ਪੁੱਤਰ ਜਿਹੜਾ ਸੰਨਿਆਸ ਲੈ ਲਵੇ ਉਹ ਤਾਂ ਮੇਰਾ ਬਹੁਤ ਹੀ ਵਿਦਵਾਨ ਬੇਟਾ ਸੀ, ਬਹੁਤ ਹੀ ਪੜ੍ਹਦਾ ਸੀ। ਮੈਨੂੰ ਲੱਗਿਆ ਮੇਰੇ ਲਈ ਕੁਝ ਕਰੇਗਾ ਤੇ ਹੁਣ ਤਾਂ ਦੇਸ਼ ਦੀ ਖਾਤਰ ਸਭ ਕੁਝ ਕਰ ਰਿਹਾ। भारत माता दी जय, भारत माता दी वंदे मातरम। पापा ब्रेक मारो ब्रेक मारो। ढंग नाल गड्डी चलान दे। हाँ भाई ओए ओ महाराज किते बंदे ने वड्डे वैद जी? ਉਸ ਤਰਫ ਉੱਥੇ ਬਹਿੰਦੇ ਨੇ। चल ਉੱਥੇ ओए छेड़ना इनू। ਪੁੱਤਰ ਚੁੱਪ ਬੈਠੋ, ਵੱਡੇ ਡਾਕਟਰ ਆਉਣ ਵਾਲੇ ਨੇ। इंजेक्शन लगाएंगे? ਚੁੱਪ ਕਰੋ, ਵੇਖਦੇ ਨਹੀਂ ਪਾਪਾ ਦੀ ਗਰਦਨ 'ਚ ਪੀੜ ਹੈ। ओए संभाल है नानू, कुछ तोड़ फोड़ देंगे। ਕੀ ਹੈ ਕਦੀ ਇੱਥੇ ਦਰਦ ਇੱਥੇ ਦਰਦ ओए ਇੱਥੇ ਦਰਦ। तेनू कमा के खुआन वास्ते ते पीड़ होई है। ओ जाहिल औरत इन्हां नू सिखा प्यो नाल किद्दां गल करीदी है। ਪੁੱਤਰ ਪਾਪਾ ਨਾਲ ਚੰਗੀ ਤਰ੍ਹਾਂ ਗੱਲ ਕਰੋ। ਦੂਜਿਆਂ ਨਾਲ ਨਹੀਂ ਹੈ ਨਾ तू ਪਾਪਾ। तू बैठ जा, चल चल इत्थे आ। ਬੋਲੋ, ਪੇਸ਼ੈਂਟ ਤੁਸੀਂ ਹੋ? जी तुसी मेरा मतलब है तुसी बाहर हो कुट रहे सी ना मजदूरों वक्कन नु लुंगी बांधे ते मैं समझिया वो तुसी कोई मजदूर। जी जी बैठो। हाँ हाँ। ਇਹ ਨਹੀਂ ਪੈਸਾ ਨਹੀਂ, ਤੁਸੀਂ ਨਾੜੀ ਵਿਖਾਓ ਜ਼ਰਾ। ਇੱਥੇ ਇੱਥੇ ਬੈਠੋ ਤੁਸੀਂ, ਆਰਾਮ ਨਾਲ। ਬਹੁਤ ਗੈਸ ਬਣ ਰਹੀ ਹੈ, बहुत ज्यादा पेट गड़बड़ जी है। जी बिल्कुल, बहुत गैस बनी हुई है अते शौच है कि आंदी नहीं है, किश्ता च जाना पैंदा है, इस करके दफ्तर च भी लेट हो जाना। अरे गर्दन इन्नी अगड़ चुकी है कि नीवे ही नहीं आंदी। वेखो ਸਵਾਮੀ ਜੀ ਨੂੰ ਪਤਾ ਸੀ ਨਿਰੋਗ ਉਹਨਾਂ ਨੇ ਲੋਕਾਂ ਨੂੰ ਸਰੀਰ ਤੋਂ ਵੀ ਕਰਨਾ ਹੈ ਅਤੇ ਮਨ ਤੋਂ ਵੀ। ਤਣਾਅ ਠੀਕ ਹੋਏਗਾ ਤਾਂ ਰੋਗ ਠੀਕ ਹੋਣਗੇ। योग एक स्वस्थ जीवन दर्शन है। योग उपचार ਦੀ ਵਿਗਿਆਨਿਕ ਪद्धति ਹੈ ਜੋ ਸਾਨੂੰ ਵਿਕਾਰ ਅਤੇ ਤਣਾਅ ਤੋਂ ਮੁਕਤ ਕਰਾਉਂਦੀ ਹੈ। ਪਰ ਜਿਸ ਦੇਸ਼ ਨੇ ਯੋਗ ਆਯੁਰਵੇਦ ਦੀ ਸਿੱਖਿਆ ਪੂਰੀ ਦੁਨੀਆ ਨੂੰ ਦਿੱਤੀ, ਉਸ ਦੇਸ਼ ਵਿੱਚ ਯੋਗ ਆਯੁਰਵੇਦ ਦਾ ਕੋਈ ਭਵਿੱਖ ਹੀ ਨਜ਼ਰ ਨਹੀਂ ਆ ਰਿਹਾ। ਉਸ ਸਮੇਂ ਇੱਕ ਯੋਗੀ ਨੇ ਮੈਦਾਨ 'ਚ ਉਤਰ ਕੇ ਯੋਗ ਨੂੰ ਚਿਕਿਤਸਾ ਵਿਗਿਆਨ ਦੇ ਰੂਪ 'ਚ ਫੈਲਾ ਦਿੱਤਾ। ਭਾਰਤ ਦੇ ਘਰ ਘਰ ਦੇ ਵਿੱਚ ਰੋਗਾਂ ਤੇ ਵਿਜੇ ਪਾਣ ਦੇ ਉਦਾਹਰਣਾਂ ਦੇ ਨਾਲ। 2007 ਦੀ ਗੱਲ ਹੈ, ਮੇਰੇ ਬੱਚੇ ਨੂੰ ਇੱਕ ਅੱਖ ਤੋਂ ਦਿਖਾਈ ਨਹੀਂ ਦੇ ਰਿਹਾ ਸੀ ਤੇ ਡਾਕਟਰ ਦੇ ਕੋਲ ਜਾਣ ਤੋਂ ਬਾਅਦ ਡਾਕਟਰ ਨੇ ਕਿਹਾ ਉਹਦਾ ਆਪਰੇਸ਼ਨ ਕਰਨ ਤੋਂ ਬਾਅਦ ਵੀ ਉਹਦੇ ਜਿਹੜੇ ਚਾਂਸਸ ਨੇ ਉਹ 15% ਨੇ। ਅਤੇ ਬਾਅਦ ਚ ਜਦ ਅਸੀਂ ਸਵਾਮੀ ਜੀ ਦੇ ਇੰਟਰਵਿਊ ਵੇਖ ਕੇ ਅਨੁਲੋਮ ਵਿਲੋਮ ਕਰਨਾ ਸ਼ੁਰੂ ਕਰ ਦਿੱਤਾ, ਡਾਕਟਰ ਬੋਲਿਆ ਚਮਤਕਾਰ ਹੈ। ਮੈਨੂੰ ਮਾਈਗ੍ਰੇਨ ਨਾਮ ਦੀ ਬਿਮਾਰੀ ਸੀ, ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ ਸੀ। ਮੈਨੂੰ ਅਨੁਲੋਮ ਵਿਲੋਮ ਅਤੇ ਕਪਾਲਭਾਤੀ ਪ੍ਰਾਣਾਯਾਮ ਤੋਂ ਬਹੁਤ ਫਾਇਦਾ ਹੋਇਆ ਅਤੇ ਅੱਜ ਐਵੇਂ ਲੱਗਦਾ ਮੈਨੂੰ ਜੀਵਨ 'ਚ ਬਦਲਾਅ ਭੀੜ ਸ਼ਿਵਰਾਂ 'ਚ ਵਧਣ ਲੱਗੀ। ਮੀਡੀਆ ਦਾ ਰੋਲ ਸੀ ਇਸ ਵਿੱਚ। ਟੀਵੀ ਸੈੱਟ ਦੇ ਸਾਹਮਣੇ ਪਾਰਕ 'ਚ ਦਿਖਣ ਲੱਗੀ ਭੀੜ। ਹੁਣ ਲੋਕੀ ਪ੍ਰਾਣਾਯਾਮ ਕਰਦੇ, ਰੋਗਾਂ ਨਾਲ ਲੜਦੇ। ਲੋਕਾਂ 'ਚ ਉਮੀਦ ਜਾਗ ਗਈ ਸੀ ਇੰਨਾ ਆਸਾਨ ਤਰੀਕਾ ਹੋ ਸਕਦਾ ਏ ਨਿਰੋਗਤਾ ਦਾ। ਮੈਂ ਥਾਇਰਾਇਡ ਦੇ ਲਈ ਐਲਟੌਕਸਿਨ ਅਤੇ ਪ੍ਰੇਲੋਨ ਟੈਬਲੇਟ ਲੈਂਦਾ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਜਦ ਤੱਕ ਜੀਓਗੇ ਤਦ ਤੱਕ ਲੈਣੀ ਪਏਗੀ ਤੇ ਮੈਂ ਪਿਛਲੇ 14 ਵਰਿਆਂ ਤੱਕ ਗੋਲੀਆਂ ਲਿੱਤੀਆਂ। ਪਿਛਲੇ 5 ਵਰਿਆਂ ਤੋਂ ਮੇਰੀ ਗੋਲੀਆਂ ਛੁੱਟ ਗਈਆਂ, ਮੇਰਾ ਗੁੱਸਾ ਠੰਡਾ ਹੋ ਗਿਆ, ਮੇਰੇ ਸੁਭਾਅ 'ਚ ਬਦਲਾਅ ਆ ਗਿਆ ਤੇ ਇਸ ਪ੍ਰਾਣਾਯਾਮ ਨੇ ਮੈਨੂੰ ਬਹੁਤ ਫਾਇਦਾ ਕੀਤਾ। ਲੱਖਾਂ ਲੋਕੀ ਜੁੜਨ ਲੱਗੇ ਤੇ ਲੱਖਾਂ ਨੇ ਦਾਨ ਦਿੱਤਾ। 2005 ਦੇ ਅੰਤ ਤੱਕ ਮਤਲਬ ਦਸੰਬਰ ਤੱਕ ਸਾਡੀ ਪੂਰੀ ਤਰ੍ਹਾਂ ਸ਼ਰਾਬ ਛੁੱਟ ਗਈ ਸੀ। ਆਯੁਰਵੇदिक गोली खाधी मैं, 1 महीने च मेरी शुगर जो है वो कंट्रोल हो गई। ਉਹ ਚਸ਼ਮਾ ਸਭ ਤੋਂ ਪੁਰਾਣਾ ਸਾਡਾ ਰੋਗ ਜੋ ਹੈ
ਉਹ ਉਤਰ ਗਿਆ ਚਸ਼ਮਾ। ਬਹੁਤ ਬਹੁਤ ਪ੍ਰਣਾਮ ਤੁਹਾਨੂੰ। ਭਾਰਤ ਨੂੰ ਭਾਰਤੀਅਤਾ ਨਾਲ ਮਿਲਵਾਇਆ, ਉਹਨਾਂ 'ਚ ਆਤਮ सम्मान ਜਗਾਇਆ। ਦਿਵਯ ਯੋਗ ਮੰਦਿਰ ਟਰਸਟ ਦੇ ਰੂਪ 'ਚ ਸਥਾਪਿਤ ਇਹ ਪੌਦਾ 10 ਸਾਲਾਂ 'ਚ ਲੋਕਾਂ ਦੀ ਮਦਦ ਦੇ ਨਾਲ ਸ਼ਾਨਦਾਰ ਪਤੰਜਲੀ ਯੋਗ ਪੀਠ ਦੇ ਰੂਪ 'ਚ ਸਥਾਪਿਤ ਹੋ ਗਿਆ। ਅਤੇ ਫਿਰ ਜੁਟ ਗਏ ਯੋਗ ਆਯੁਰਵੇਦ ਨੂੰ ਜਨ ਜਨ 'ਚ ਫੈਲਾਉਣ ਦੇ ਲਈ। ਆਯੁਰਵੇਦ ਰੋਗ ਪ੍ਰਸ਼ਿਕਸ਼ਣ ਨਾੜੀ ਨਾਲ ਤਾਂ ਹੈ ਹੀ ਇੱਥੇ, ਨਾਲ ਹੀ ਆਧੁਨਿਕ ਮਸ਼ੀਨਾਂ ਦੇ ਨਾਲ ਵੀ ਹੈ। ਜਦ ਕਿ ਦਿਨ ਸ਼ੁਰੂ ਹੁੰਦਾ ਹੈ ਇਸ ਹਸਪਤਾਲ 'ਚ ਹਵਨ ਅਤੇ ਸੰਸਾਰ ਦੇ ਕਲਿਆਣ ਦੀ ਪ੍ਰਾਰਥਨਾ ਦੇ ਨਾਲ, ਜਿਵੇਂ ਇਹਨਾਂ ਦੇ ਬਚਪਨ 'ਚ ਹੋਇਆ ਕਰਦਾ ਸੀ। ਇਹਨਾਂ ਯੋਗ ਸਥਲਾਂ ਦਾ ਉਦਘਾਟਨ ਉਹਨਾਂ ਨੇ ਆਪਣੀ ਮਾਤਾ ਗੁਲਾਬ ਦੇਵੀ ਤੇ ਸੁਮਿਤਰਾ ਦੇਵੀ ਤੋਂ ਕਰਾਇਆ। ਜਦੋਂ ਹੋਣ ਲੱਗਿਆ ਲੋਕਾਂ ਨੂੰ ਫਾਇਦਾ ਅਤੇ ਵਧਣ ਲੱਗੀ ਲੋਕਾਂ ਦੀ ਭੀੜ, ਤਾਂ ਇੰਨੀ ਵੱਡੀ ਜਗ੍ਹਾ ਵੀ ਛੋਟੀ ਪੈਣ ਲੱਗੀ। ਤਾਂ ਇਸ ਲਈ ਬਣਾਇਆ ਦੂਜੇ ਚਰਨ ਦਾ ਵੱਡਾ ਭਵਨ। ਬਾਲਕ੍ਰਿਸ਼ਨ, ਯੋਗ ਅਤੇ ਆਯੁਰਵੇਦ ਦੇ ਨਾਲ ਦੇਸ਼ ਅਤੇ ਦੁਨੀਆ ਨੂੰ ਸਵਸਥ ਬਣਾ ਦਾਂਗੇ, ਪਰ ਹਰਿਦਵਾਰ ਆਉਣ ਵਾਲੇ ਗਰੀਬ, ਬੇਬਸ ਅਤੇ ਅਸਹਾਇ ਲੋਕਾਂ ਦੇ ਲਈ ਕੀ? ਤਾਂ ਉਹਨਾਂ ਲਈ ਬਣਾ ਦਿੱਤੀ ਇੱਕ ਬਹੁਤ ਵੱਡੀ ਧਰਮਸ਼ਾਲਾ, ਜਿੱਥੇ 1000 ਲੋਕੀ ਬਗੈਰ ਪੈਸੇ ਤੋਂ ਰਹਿ ਸਕਣ ਅਤੇ 5000 ਲੋਕੀ ਬਿਨਾਂ ਪੈਸੇ ਦਾ ਪ੍ਰਸਾਦ ਪਾ ਸਕਣ। ਕਿਥੇ ਸਾਧਨਾ ਦੀ ਕਮੀ ਸੀ ਸਮਾਜ 'ਚ ਅਤੇ ਕਿਥੇ ਭਾਵਨਾਵਾਂ ਦੀ, ਤਾਂ ਬਣਾ ਦਿੱਤਾ ਪਤੰਜਲੀ ਯੋਗ ਪੀਠ ਨੂੰ ਵਾਨਪ੍ਰਸਥ ਆਸ਼ਰਮ, ਜਿੱਥੇ ਬਜ਼ੁਰਗ ਲੋਕ ਆਤਮ सम्मान ਅਤੇ ਸਕੂਨ ਦੇ ਨਾਲ ਜੀ ਸਕਣ। ਗੁਣਾਂ ਤੋਂ ਭਰੀ ਆਯੁਰਵੈਦਿਕ ਔਸ਼ਧੀ ਨੂੰ ਵੱਡੇ ਸਤਰ ਤੇ ਨਿਰਮਾਣ ਕਰ ਸਹੀ ਮੁੱਲ ਤੇ ਉਪਲਬਧ ਕਰਾਉਣਾ ਇਹ ਇੱਕ ਬਹੁਤ ਵੱਡੀ ਚੁਣੌਤੀ ਸੀ। ਤਾਂ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਆਧੁਨਿਕ ਫਾਰਮੇਸੀ ਤਿਆਰ ਕਰਾ ਦਿੱਤੀ ਗਈ, ਜਿੱਥੇ ਦਵਾਈਆਂ ਨਿਰਮਾਣ ਦੇ ਨਾਲ ਸੰਸਾਰ ਦੇ ਆਧੁਨਿਕ ਮਾਨਕਾਂ ਦੇ ਹਿਸਾਬ ਨਾਲ ਖੋਜ ਵੀ ਕੀਤੀ ਜਾਂਦੀ। ਕੁਆਲਿਟੀ ਕੰਟਰੋਲ ਤੇ ਅਸੀਂ ਖਾਸ ਧਿਆਨ ਰੱਖਦੇ ਹਾਂ। ਜਿਹੜਾ ਪ੍ਰੋਡਕਟ ਪ੍ਰਮਾਣ ਤੇ ਨਹੀਂ ਉਤਰਦਾ ਉਹ ਰਿਜੈਕਟ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਆਚਾਰਿਆ ਜੀ ਖੁਦ ਵੀ ਇਨਸਪੈਕਸ਼ਨ ਕਰਦੇ ਹਨ। ਅਤੇ ਰੋਗੀਆਂ ਦੇ ਕਸ਼ਟ ਖਤਮ ਕਰਨ ਲੱਗੀਆਂ ਇਹ ਜੜੀ ਬੂਟੀਆਂ ਤੋਂ ਬਣੀ ਦਵਾਈਆਂ, ਜਿਵੇਂ ਹੀ ਇਹ ਵਿਸਤਾਰ ਆਰਥਿਕ ਉન્નਤੀ ਲਿਆਉਣ ਲੱਗਿਆ, ਉਵੇਂ ਹੀ ਵਿੱਚ ਚਕਾਜਾ। ਅਸੀਂ ਅੰਦੋਲਨ ਕਰਾਂਗੇ ਤੇ ਇਹ ਨਕਲੀ ਦਵਾਵਾਂ ਜਿਹੜੀ ਇਹ ਬਣਾਉਂਦੇ ਆ ਉਹਨਾਂ ਨੂੰ ਬੰਦ ਕਰਾਵਾਂਗੇ। स्वामी रामदेव ਤੁਹਾਨੂੰ ਸਾਰਿਆਂ ਨੂੰ ਮੂਰਖ ਬਣਾ ਰਿਹਾ ਹੈ। ਇਹ ਨਕਲੀ ਦਵਾਈਆਂ ਬਣਾ। ਆਰੋਪ ਇਹ ਲਾਇਆ ਗਿਆ ਉਸ ਮਾਨਯੋਗ ਭੈਣ ਨੇ ਕਿ ਸਵਾਮੀ ਰਾਮਦੇਵ ਦਵਾ ਦੇ ਅੰਦਰ ਆਦਮੀ ਦੀ ਖੋਪੜੀ ਮਿਲਾ ਕੇ ਗੈਰ ਕਾਨੂੰਨੀ ਕੰਮ ਕਰ ਰਹੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਇਸ ਘਟਨਾ ਤੋਂ ਮਨ ਤਾਂ ਦੁਖਿਆ, ਪਰ ਫਿਰ ਦੇਸ਼ ਵਾਸੀਆਂ ਦੇ ਪਿਆਰ ਅਤੇ ਹਾਮੀ ਨਾਲ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਕੁਝ ਨਹੀਂ ਹੈ, ਇੱਕ ਛੜਯੰਤਰ ਹੈ ਸੰਸਥਾ ਨੂੰ ਬਦਨਾਮ ਕਰਨ ਦੇ ਲਈ, ਯੋਗ ਅਤੇ ਆਯੁਰਵੇਦ ਦੀ ਗਤੀ ਨੂੰ ਵਿਰਾਮ ਦੇਣ ਲਈ, ਜੋ ਸਵਾਮੀ ਜੀ ਅਤੇ ਆਚਾਰਿਆ ਇੰਨੀ ਸ਼ਰਧਾ ਨਾਲ ਫੈਲਾ ਰਹੇ ਸੀ। ਇਸ ਤੋਂ ਇਲਾਵਾ ਕੁਝ ਨਹੀਂ। ਉੱਤਰਾਂਚਲ ਸਰਕਾਰ ਨੇ ਜੋ ਨਮੂਨੇ ਆਸ਼ਰਮ ਦੀ ਔਸ਼ਧੀਆਂ ਤੋਂ ਲਏ ਸੀ, ਉਸ 'ਚ ਦਵਾਈਆਂ 'ਚ ਹੱਡੀਆਂ ਅਤੇ ਮਾਨਵ ਦੀ ਖੋਪੜੀ ਦਾ ਨਾਮੋ ਨਿਸ਼ਾਨ ਕਿਧਰੇ ਵੀ ਨਹੀਂ ਮਿਲਿਆ। ਵਿਰੋਧੀਆਂ ਨੇ ਜਿੰਨਾ ਵਿਰੋਧ ਕੀਤਾ, ਓਨਾ ਹੀ ਲੋਕਾਂ ਦਾ ਪਿਆਰ ਅਤੇ ਸੰਸਥਾ ਦੀ ਸ਼ਕਤੀ ਵੱਧਦੀ ਗਈ। ਆਯੁਰਵੇਦ ਅਤੇ ਯੋਗ ਵਿਸ਼ਵ ਵਿਦਿਆਲੇ ਦਾ ਕੰਮ ਸ਼ੁਰੂ ਕਰ ਦਿੱਤਾ ਪਤੰਜਲੀ ਯੋਗ ਪੀਠ ਨੇ। ਇੱਕ ਵੱਡਾ ਜਿਹਾ ਯੋਗਾਗ੍ਰਾਮ ਵੀ ਬਣਾ ਦਿੱਤਾ ਲੋਕਾਂ ਦੇ ਤਣਾਅ ਘੱਟ ਕਰਨ ਦੇ ਲਈ।
ਸਹੀ ਡਾਕਟਰ ਦੇ ਬਿਨਾ ਸਹੀ ਇਲਾਜ ਕਿੱਥੇ ਹੋ ਸਕਦਾ ਹੈ। ਇਸ ਲਈ ਆਯੁਰਵੇਦ ਕਾਲਜ ਬਣਾ ਦਿੱਤਾ ਪਤੰਜਲੀ ਯੋਗ ਪੀਠ ਨੇ। ਆਯੁਰਵੇਦ ਦਾ ਪ੍ਰਚਾਰ ਨਾ ਹੋਣ 'ਚ ਸਹੀ ਡਾਕਟਰਾਂ ਦੀ ਕਮੀ ਅਤੇ ਇੱਕ ਲੰਬੇ ਵੇਲੇ ਤੋਂ ਇਸ ਦੇ ਉੱਪਰ ਅਨੁਸੰਧਾਨ ਨਾ ਹੋਣਾ ਹੈ ਤਾਂ ਤਿਆਰ ਹੋਣ ਲੱਗੇ ਇੱਥੋਂ ਆਯੁਰਵੇਦ ਡਾਕਟਰਸ। ਪਤੰਜਲੀ ਯੋਗ ਪੀਠ ਨੇ ਕੋਸ਼ਿਸ਼ ਕੀਤੀ ਜ਼ਿੰਦਗੀ ਦੇਣ ਵਾਲੀ ਜੜੀ ਬੂਟੀਆਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਵਧਾਉਣ ਦੀ। ਇਹਨਾਂ ਸਭ ਕੁਝ ਕਰ ਰਹੇ ਸੀ, ਪਰ ਡੇਟਾ ਦੀ ਲੋੜ ਸੀ। ਦੁਨੀਆ ਨੂੰ ਦੁਨੀਆ ਦੀ ਭਾਸ਼ਾ 'ਚ ਸਮਝਾਉਣ ਦੀ ਲੋੜ ਹੈ। ਤਾਂ ਫਿਰ ਨੇਕ ਕੰਮ 'ਚ ਦੇਰ ਕਿਉਂ? ਸਵਾਮੀ ਜੀ ਵੀ ਜਾਣਦੇ ਸੀ ਦੇਰੀ ਅਤੇ ਉਹਨਾਂ ਦੇ ਪਿਆਰੇ ਬਾਲ ਕ੍ਰਿਸ਼ਨ ਦਾ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈ। ਤਾਂ ਰਿਕਾਰਡ ਹੋਣ ਲੱਗੇ ਕੰਪਿਊਟਰਸ ਤੇ ਸਵਾਸਥ ਨਾਲ ਜੁੜੇ ਯੋਗ ਦੇ ਨਤੀਜੇ। ਵੇਖੋ, ਦੇਸ਼ ਦੀ ਸੇਵਾ ਮਾਤਰ ਇੱਕ ਤਰ੍ਹਾਂ ਦੀ ਹੀ ਨਹੀਂ, ਪਰ ਜਿੱਥੇ ਜਿੱਥੇ ਦੇਸ਼ 'ਚ ਦੁੱਖ, ਦਰਦ, ਪੀੜਾ ਅਤੇ ਅਭਾਵ ਹੈ, ਉੱਥੇ ਉੱਥੇ ਤੱਕ ਸਾਨੂੰ ਜਾਣਾ ਹੈ। ਬਿਹਾਰ ਬਾੜ ਦੇ ਪੀੜਤਾਂ ਦੀ ਮਦਦ ਹੋਵੇ ਜਾਂ ਸੁਨਾਮੀ ਦੇ ਪੀੜਤਾਂ ਦੀ, ਜਾਂ ਦੇਸ਼ ਭਰ ਤੇ ਕੁਰਬਾਨ ਹੋਣੇ ਵਾਲੇ ਵੀਰਾਂ ਨੂੰ ਮਾਨ ਦੇਣੇ ਦੀ ਗੱਲ ਹੋਵੇ, ਸਾਰੇ ਕੰਮਾਂ 'ਚ ਸਹਾਇਤਾ ਲਈ ਪਤੰਜਲੀ ਯੋਗ ਪੀਠ ਤਿਆਰ ਸੀਗਾ। ਗੰਗਾ ਬਚਾਓ ਅੰਦੋਲਨ ਤੇ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਗੰਗਾ ਨੂੰ ਰਾਸ਼ਟਰੀ ਧਰੋਹਰ ਦਾ ਦਰਜਾ ਦਿਵਾਇਆ। ਇਸੇ ਵਿੱਚ ਇੱਕ ਵੱਡਾ ਕਦਮ ਸੀ ਜਦੋਂ ਆਚਾਰੀਆ ਬਾਲ ਕ੍ਰਿਸ਼ਨ ਨੇ ਵਿਗਿਆਨਿਕਾਂ ਦੇ ਨਾਲ ਮਿਲ ਕੇ ਸੰਜੀਵਨੀ ਦੀ ਖੋਜ ਕੀਤੀ। ਇੱਕ ਹੋਰ ਪੀੜਾ ਦਾ ਵੀ ਰਸਤਾ ਕੱਢਣਾ ਸੀ। ਸਵਾਮੀ ਜੀ ਕਿਸਾਨ ਦੀ ਆਰਥਿਕ ਵਿਵਸਥਾ ਸੁਧਾਰ। ਇਸ ਲਈ ਇੱਕ ਤਰੀਕਾ ਸੋਚਿਆ ਉਹਨਾਂ ਨੇ। ਇੱਕ ਵੱਡਾ ਜਿਹਾ ਫੂਡ ਅਤੇ ਹਰਬਲ ਪਾਰਕ ਬਣਾ ਕੇ ਜਿੱਥੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ। ਅਤੇ ਗੁਰੂਕੁਲ ਪ੍ਰਣਾਲੀ ਦਾ ਕੀ, ਜਿਹੜੀ ਗੁਰੂਕੁਲ ਦੀ ਸਿੱਖਿਆ ਪੱਧਤੀ ਨੇ ਮੁਸੀਬਤਾਂ 'ਚ ਵੀ ਅਵਿਚਲਿਤ ਰਹਿ ਕੇ ਪੁਰਸ਼ਾਰਥ ਅਤੇ ਸੇਵਾ ਕਰਨਾ ਸਿਖਾਇਆ। ਉਸ ਗੁਰੂਕੁਲ ਸਿੱਖਿਆ ਪ੍ਰਣਾਲੀ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਕੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਸੀ। ਇਸ ਲਈ ਗੁਰੂਕੁਲ ਕਿਸ਼ਨਗੜ੍ਹ ਘਾਸੀੜਾ ਦਾ ਸੰਚਾਲਨ ਪਤੰਜਲੀ ਯੋਗ ਪੀਠ ਨੇ ਆਪਣੇ ਹੱਥ 'ਚ ਲੈ ਲਿਆ। ਸਵਾਮੀ ਜੀ ਮਹਾਰਾਜ ਦੀ ਇੱਕ ਇੱਛਾ ਸੀ ਕਿ ਅਸੀਂ ਇੱਕ ਐਸੇ ਗੁਰੂਕੁਲ ਦਾ ਸੰਚਾਲਨ ਕਰੀਏ ਜਿੱਥੇ ਆਧੁਨਿਕ ਸਿੱਖਿਆ ਤੇ ਇਸ ਮਿੱਟੀ ਦੇ ਨਾਲ ਜੁੜੀ ਸਿੱਖਿਆ ਦੋਨਾਂ ਦਾ ਮੇਲ ਹੋਵੇ। ਹੌਲੀ ਹੌਲੀ ਪੂਰੇ ਸੰਸਾਰ ਵਿੱਚ ਬਾਬਾ ਰਾਮਦੇਵ ਦੇ ਯੋਗ ਪ੍ਰਚਾਰ ਦੇ ਕੰਮਾਂ ਨੂੰ ਸਹਿਮਤੀ ਮਿਲਣ ਲੱਗ ਗਈ। ਕਦੀ ਨਿਊ ਜਰਸੀ 'ਚ ਮਾਨ ਮਿਲ ਰਿਹਾ ਸੀ ਉਹਨਾਂ ਦੇ ਸਮਾਜਿਕ ਕੰਮਾਂ ਨੂੰ, ਤਾਂ ਕਦੀ ਨਿਊਯਾਰਕ ਦੀ ਨਾਸੂ ਕਾਉਂਟੀ 'ਚ ਅਤੇ ਕਦੀ ਬ੍ਰਿਟਿਸ਼ ਸੰਸਦ ਦੇ ਹਾਊਸ ਆਫ ਕਾਮਨਸ 'ਚ। ਸਕਾਟਲੈਂਡ ਵਿੱਚ ਤਾਂ ਇੱਕ ਪੂਰੇ ਦਵੀਪ 'ਚ ਉਹਨਾਂ ਨੇ ਭਾਰਤੀ ਯੋਗ ਤੇ ਆਯੁਰਵੇਦ ਨੂੰ ਸਥਾਪਿਤ ਕਰ ਦਿੱਤਾ ਅਤੇ ਆਪਣਾ ਨਾਮ ਹਾਸਿਲ ਕੀਤਾ। ਅਤੇ ਗੁਆਂਢੀ ਦੇਸ਼ ਨੇਪਾਲ ਵਿੱਚ ਵੀ ਯੋਗ ਅਤੇ ਆਯੁਰਵੇਦ ਦੇ ਨਾਲ ਉੱਥੇ ਦੇ ਲੋਕਾਂ ਦਾ ਵੀ ਉਦਾਰ ਕੀਤਾ। ਸਵਾਮੀ ਜੀ। ਹਾਂ ਬੇਟਾ, ਪੁੱਛੋ। ਸਵਾਮੀ ਜੀ, ਤੁਹਾਡੇ ਕੋਲ ਵੀ ਸਾਡੀ ਹੀ ਤਰ੍ਹਾਂ ਦੋ ਹੀ ਹੱਥ ਹਨ, ਦੋ ਹੀ ਪੈਰ ਹਨ ਤੇ ਸਾਡੇ ਸਾਰਿਆਂ ਵਾਂਗ ਇੱਕ ਹੀ ਦਿਮਾਗ, ਲੇਕਿਨ ਫਿਰ ਵੀ ਤੁਸੀਂ ਇੰਨਾ ਸਾਰਾ ਕੰਮ ਕਿਵੇਂ ਕਰ ਲੈਂਦੇ ਹੋ? ਸਵਾਮੀ ਜੀ, ਇੱਕ ਗੱਲ ਅਸੀਂ ਸਾਰੇ ਜਾਨਣਾ ਚਾਹੁੰਦੇ ਹਾਂ। ਪਿਛਲੇ 10 ਸਾਲਾਂ 'ਚ ਤੁਹਾਡੇ ਦੋਨਾਂ ਦੇ ਰਹਿਣ ਸਹਿਣ 'ਚ ਕੋਈ ਵੀ ਫਰਕ ਨਹੀਂ ਹੈ, ਪਰ ਤੁਹਾਡੇ ਕੰਮਕਾਜ 'ਚ ਇੰਨੀ ਤਰੱਕੀ ਦੇ ਪਿੱਛੇ ਕੀ ਰਾਜ ਹੈ? ਇੱਕ ਜੀਵਨ ਵਿੱਚ ਇੰਨਾ ਸਭ ਕੁਝ ਨਾਮੁਮਕਿਨ ਲੱਗਦਾ ਹੈ। ਦੇਖੋ ਬੇਟਾ, ਨਾਮੁਮਕਿਨ ਨੂੰ ਮੁਮਕਿਨ ਕਰਨ ਦੀ ਅਪਾਰ ਸਮਰਥ, ਸ਼ਮਤਾ, ਸ਼ਕਤੀ ਅਤੇ ਊਰਜਾ ਤੁਹਾਡੇ ਵੀ ਅੰਦਰ ਹੈ। ਬਸ ਸਮੇਂ ਦਾ ਮਾਨ ਕਰੋ। 6 ਘੰਟੇ ਨੀਂਦ ਲਈ, 1 ਘੰਟਾ ਯੋਗ ਲਈ, 1 ਘੰਟਾ ਨਿਤਯਕਰਮ ਅਤੇ 2 ਘੰਟੇ ਪਰਿਵਾਰ ਨੂੰ ਦਿੰਦੇ ਹੋਏ 14 ਘੰਟੇ ਬਿਨਾਂ ਰੁਕੇ ਲਗਾਤਾਰ ਮਿਹਨਤ ਕਰੋ। ਇੱਕ ਦਿਨ ਤੁਸੀਂ ਵੀ ਆਸਮਾਨ ਦੀ ਉਚਾਈਆਂ ਤੱਕ ਜ਼ਰੂਰ ਪਹੁੰਚੋਗੇ।
ਮੁਸ਼ਕਿਲਾਂ ਤੋਂ ਰੁਕੋ ਨਹੀਂ, ਮੁਸੀਬਤਾਂ ਦੇ ਅੱਗੇ ਝੁਕੋ ਨਹੀਂ ਅਤੇ ਨਿੰਦਾ ਤੋਂ ਨਾ ਘਬਰਾ ਕੇ ਜਦ ਤੱਕ ਦਮ 'ਚ ਦਮ ਹੈ ਬੇਦਮ ਨਾ ਹੋ, ਜਦ ਤੱਕ ਰਾਹ ਨਾ ਮਿਲ ਜਾਏ ਤਦ ਤੱਕ ਅੱਗੇ ਵਧਦੇ ਰਹੋ। ਸਵਾਮੀ ਜੀ, ਆਚਾਰੀਆ ਜੀ, ਹੁਣ ਤੁਹਾਡੀ ਫਿਊਚਰ ਪਲਾਨਿੰਗ ਕੀ ਹੈ? ਦੇਖੋ ਬੇਟਾ, ਮੇਰਾ ਜਨਮ ਹੀ ਆਪਣੀ ਆਤਮਾ ਅਤੇ ਦੇਸ਼ ਨੂੰ ਉੱਚਾ ਚੁੱਕਣ ਲਈ ਹੋਇਆ ਹੈ। ਮੈਂ ਇਸ ਦੇਸ਼ ਦੀ ਮਿੱਟੀ ਦਾ ਅੰਨ ਜਲ ਖਾ ਕੇ ਜ਼ਿੰਦਾ ਹਾਂ। ਇਸ ਦੇਸ਼ ਦੀ ਮਾਂ, ਭੈਣ, ਬੇਟੀਆਂ, ਇਹਨਾਂ ਕਰੋੜਾਂ ਭਾਰਤੀਆਂ ਦੀ ਅੱਖ 'ਚ ਹੰਝੂ ਮੇਰੇ ਦਿਲ ਦਾ ਦਰਦ ਪੀੜ ਹੈ ਅਤੇ ਉਹਨਾਂ ਦੀ ਖੁਸ਼ਹਾਲੀ ਹੀ ਮੇਰੀ ਖੁਸ਼ੀ ਹੈ। ਮੇਰੇ ਦੇਸ਼ ਦਾ ਹਰ ਇੱਕ ਵਿਅਕਤੀ ਮਾਣ ਅਤੇ ਸਵੈਮਾਨ ਨਾਲ ਜੀਵੇ। ਸਭ ਦੇਸ਼ਵਾਸੀ ਤਰੱਕੀ, ਸੰਸਕਾਰੀ ਅਤੇ ਚਰਿੱਤਰਵਾਨ ਹੋਣ। ਇੱਕ ਵੀ ਬੰਦੇ ਦੀ ਮੌਤ ਭੁੱਖ ਅਤੇ ਬਿਮਾਰੀ ਨਾਲ ਨਾ ਹੋਏ। ਮੇਰੇ ਅਤੇ ਮੇਰੇ ਭਰਾ ਬਾਲਕ੍ਰਿਸ਼ਨ ਦਾ ਮਕਸਦ ਯੋਗ ਅਤੇ ਆਯੁਰਵੇਦ ਨਾਲ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਹੈ ਹੀ, ਪਰ ਇਸ ਸਭ ਨੂੰ ਪ੍ਰਚਲਿਤ ਕਰਨ ਦੇ ਲਈ ਅਤੇ ਇੱਕ ਸੰਸਕਾਰ ਵਾਲੇ ਭਾਰਤ ਅਤੇ ਵਿਸ਼ਵ ਦਾ ਨਿਰਮਾਣ ਕਰਨ ਦੇ ਲਈ ਮੇਰੀ ਸਭ ਤੋਂ ਪਹਿਲੀ ਲੜਾਈ ਭ੍ਰਸ਼ਟਾਚਾਰ ਨਾਲ ਹੈ। ਭ੍ਰਸ਼ਟਾਚਾਰ ਨਾਲ ਹੈ। भ्रष्टाचार मिटावांगे, काला धन वापस लियावांगे। भ्रष्टाचार मिटावांगे, काला धन वापस लियावांगे। सुपनियां दा भारत असी बनावांगे। उमंग नवी असी जगावांगे। ਅਸੀਂ ਆਪਣੀ ਪੂਰੀ ਤਾਕਤ ਭ੍ਰਸ਼ਟ ਹਾਲਾਤਾਂ ਅਤੇ ਭ੍ਰਸ਼ਟਾਚਾਰ ਨੂੰ ਖਤਮ ਕਰਨ ਚ ਲਾਵਾਂਗੇ ਅਤੇ ਭ੍ਰਸ਼ਟਾਚਾਰ ਕਰਕੇ ਲੁੱਟਿਆ ਹੋਇਆ ਦੇਸ਼ ਦਾ ਲਗਭਗ 300 ਲੱਖ ਕਰੋੜ ਰੁਪਇਆ ਦੇਸ਼ 'ਚ ਵਾਪਸ ਲਿਆਵਾਂਗੇ ਅਤੇ ਇੱਕ ਹੀ ਦਿਨ 'ਚ ਭਾਰਤ ਨੂੰ ਗਰੀਬੀ, ਭੁੱਖ, ਅਭਾਵ ਅਤੇ ਅਸਿੱਖਿਆ ਤੋਂ ਮੁਕਤ ਬਣਾਵਾਂਗੇ। शासन रस्ता रोके, पावे खाकी दवे सानू सट्टा। अखां विच अखां पाके, सीने ते सोटी खाके। व्यवस्था है बदलांगे, जाने दिच नवी फूकांगे। फिर हिंसा तो असी जीत पावांगे। आत्म शक्ति असी एनी जगावांगे। भ्रष्टाचार मिटावांगे, काला धन वापस लियावांगे। भ्रष्टाचार मिटावांगे, काला धन वापस लियावांगे। पिंड पिंड विच जावांगे, सोच एक नवी फैलावांगे। पिंड पिंड विच जावांगे, सोच एक नवी फैलावांगे। हरियाली तो खुशहाली, मिट जावे भूख बेहाली। तेरे जंगल, तेरी नदियां, हरिया रैनगियां, तेरियां वादियां। योग तो निरोगी है दुनिया सारी होएगी। योग तो निरोगी है दुनिया सारी होएगी। अपने अहंकार पे जय तो पूरी विजय होएगी। बोलो भारत माता दी त्वानु प्रणाम हो मां, त्वानु प्रणाम। ਬਸ ਲੋਕਾਂ ਨੂੰ ਜਗਾਉਣਾ ਹੈ। ਜਗੋ ਅਤੇ ਜਗਾਓ, ਇਹ ਹੈ ਸਾਡਾ ਜੀਵਨ ਦਾ ਲਕਸ਼। ਨਾ ਜ਼ਿੰਦਗੀ ਤੋਂ ਭੱਜਣਾ, ਨਾ ਮੌਤ ਦਾ ਗਮ। ਸਾਨੂੰ ਰਹਿਣਾ ਹੈ ਸਦਾ ਸੰਗ। ਇਹੀ योग है। संसार दे मोह तो दूर रहकर, कर्म फल दी इच्छा तो दूर होके इस मकसद दे वल वधना ही साडा लक्ष्य है। स्वामी जी, इस रस्ते च कोई डर?
ਸਬਰ ਜਿਸ ਦਾ ਪਿਓ ਹੈ, ਮਾਫੀ ਜਿਸ ਦੀ ਮਾਂ, ਸ਼ਾਂਤੀ ਜਿਸ ਦੀ ਵਹੁਟੀ, ਸੱਚ ਜਿਸ ਦਾ ਮਿੱਤਰ, ਦਇਆ ਜਿਸ ਦੀ ਭੈਣ, ਸੰਯਮ ਜਿਸ ਦਾ ਭਰਾ, ਜ਼ਮੀਨ ਜਿਸ ਦੀ ਸ਼ਈਆ ਹੈ, ਦਿਸ਼ਾਵਾਂ ਜਿਸ ਦੇ ਵਸਤਰ, ਗਿਆਨ ਜਿਸ ਦਾ ਭੋਜਨ ਹੈ, ਇਹੋ ਜਿਹੇ ਕੁਟੁੰਬ ਵਾਲੇ ਯੋਗੀ ਇਨਸਾਨ ਨੂੰ ਕੀ ਕਿਸੇ ਦਾ ਡਰ